ਧੰਨ ਵਾਹਿਗੁਰੂ ਸਾਹਿਬ ਜੀ। ਦੀਵਾਲੀ ਦੀ ਰਾਤ ਦੀਵੇ ਬਾਲੀ ਅੰਨ, ਤਾਰੇ ਜਾਤ ਸਨਾਤ ਅੰਬਰ ਭਾਲੀ ਅੰਨ। ਦੀਵਾਲੀ ਦੀ ਰਾਤ ਦੀਵੇ ਬਾਲੀ ਅੰਨ, ਤਾਰੇ ਜਾਤ ਸਨਾਤ ਅੰਬਰ ਭਾਲੀ ਅੰਨ। ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀ ਅੰਨ। ਤੀਰਥ ਜਾਤੀ ਜਾਤ ਨੈਣ ਨਿਹਾਲੀ ਅੰਨ। ਹਰ ਚੰਦਿਉਰੀ ਝਾਤ ਬਸਾਇਓ ਚਾਲੀ ਅੰਨ। ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀ ਅੰਨ। ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀ ਅੰਨ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸ਼ਸ਼ੋਭਤ ਗੁਰੂ ਪਿਆਰਿਓ, ਆਪ ਬੜੇ ਵਡਭਾਗੇ ਹੋ। ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦੇ ਹੋ। ਆਓ ਗੁਰਮਤਿ ਵਿਚਾਰਾਂ ਦੀ ਸਾਂਝ ਪਾਈਏ। ਵਿਚਾਰਾਂ ਦੀ ਸਾਂਝ ਸ਼ੁਰੂ ਕਰਨ ਤੋਂ ਪਹਿਲਾਂ ਆਪਸ ਵਿੱਚ ਗੁਰਫਤਿਹ ਦੀ ਸਾਂਝ ਪਾਈਏ। ਸਭ ਨੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੀ ਸੰਗਤ ਨੇ ਸਿੱਖ ਕੌਮ ਦੇ ਮਹਾਨ ਵਿਦਵਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਿਖਾਰੀ, ਸੱਚਾ ਤੇ ਸੁੱਚਾ ਜੀਵਨ ਜਿਉਣ ਵਾਲੇ ਗੁਰੂ ਦੇ ਮੰਨੇ ਪਰਮੰਨੇ ਸਿੱਖ ਭਾਈ ਗੁਰਦਾਸ ਜੀ, ਉਹਨਾਂ ਦੀਆਂ ਪਾਵਨ ਵਾਰਾਂ ਦੇ ਵਿੱਚੋਂ ਇੱਕ ਵਾਰ ਆਪਾਂ ਸਾਰਿਆਂ ਨੇ ਸੁਣੀ ਆ। ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਇਹ ਵਾਰ ਦਾ ਮਕਸਦ ਕੀ, ਆਪਾਂ ਕਿਉਂ ਪੜ੍ਹੀ ਆ। ਕਿਉਂਕਿ ਦੀਵਾਲੀ ਆ ਨਾ। ਆਪਾਂ ਇੱਥੇ ਦੋ ਤਿੰਨ ਮੇਨ ਗੱਲਾਂ ਲੱਭਣੀਆਂ ਨੇ। ਜਿਹੜੀ ਭਾਈ ਸਾਹਿਬ ਨੇ ਸਾਨੂੰ ਗੱਲ ਅਸਲੀਅਤ ਦੱਸੀ ਆ, ਤੇ ਅਸਲੀਅਤ ਗੱਲ ਕੀ ਹੈ? ਸੁੱਖ ਦੀ। ਭਾਈ ਗੁਰਦਾਸ ਜੀ ਕਹਿੰਦੇ ਜਿੰਨੇ ਦੁਨੀਆ ਦੇ ਵਿੱਚ ਕਰਮ ਧਰਮ ਹੋ ਰਹੇ ਨੇ, ਸਾਰਿਆਂ ਦਾ ਮੇਨ ਮਿਸ਼ਨ ਇੱਕੋ ਹੀ ਆ, ਸੁੱਖ ਮਿਲੇ। ਚਾਹੇ ਉਹ ਦੀਵਾਲੀ ਦੇ ਦਿਨ ਹੁਣ ਮਨਮੱਤੀ ਪੂਜਾ ਕੀਤੀ ਜਾਂਦੀ ਆ, ਮੜੀਆਂ ਮਸਾਣਾਂ ਕਬਰਾਂ, ਬਾਬੇ ਪੀਰ ਸੁੱਖਾਂ, ਇੱਧਰ ਉੱਧਰ ਟੇਢੇ ਵਿੰਗੇ ਗੈਰ ਕਾਨੂੰਨੀ ਬੰਦਾ ਕੰਮ ਕਰਦਾ। ਕਾਹਦੇ ਲਈ? ਸੁੱਖ ਲੈਣ ਲਈ। ਜਾਣੀ ਕਿ ਕਹਿਣ ਤੋਂ ਭਾਵ
ਇਹ ਦਿਨ ਭਾਵੇਂ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਗਾ, ਪਰ ਇਸ ਦਿਨ ਨਾਲ ਸੰਬੰਧਿਤ ਲੋਕ ਬੜੀ ਹੀ ਪੂਜਾ ਕਰਦੇ ਨੇ। ਤੇ ਪਿੱਛੇ ਪੂਜਾ ਦਾ ਕਾਰਨ ਕੀ ਹੈ? ਸੁੱਖ ਮਿਲੇ। ਸ਼ਾਇਦ ਜੋ ਸੁੱਖ ਅਸੀਂ ਚਾਹੁੰਦੇ ਹਾਂ ਸਾਨੂੰ ਅਜੇ ਤੱਕ ਨਹੀਂ ਮਿਲਿਆ। ਜਿਨ੍ਹਾਂ ਨੂੰ ਮਿਲ ਜਾਂਦਾ ਤੇ ਉਹ ਇਦਾਂ ਦੀ ਪੂਜਾ ਦੇ ਚੱਕਰ ਵਿੱਚ ਨਹੀਂ ਪੈਂਦੇ। ਤੇ ਭਾਈ ਗੁਰਦਾਸ ਜੀ ਨੇ ਜਿਵੇਂ ਰਹਾਉ ਦਾ ਬੰਦ ਪੂਰੇ ਸ਼ਬਦ ਦਾ ਨਿਚੋੜ ਹੁੰਦਾ ਨਾ, ਤੇ ਭਾਈ ਗੁਰਦਾਸ ਜੀ ਦੀ ਪਾਵਨ ਪਵਿੱਤਰ ਵਾਰ ਦਾ ਜਿਹੜਾ ਲਾਸਟ ਵਾਲਾ ਬੰਦ ਹੁੰਦਾ, ਤੁਕ ਹੁੰਦੀ ਆ, ਉਹਦੇ ਚ ਪੂਰਾ ਨਿਚੋੜ ਦਿੱਤਾ ਹੁੰਦਾ ਮਤਲਬ ਕੀ ਆ। ਹੁਣ ਪੂਰੀ 5 ਪੁਆਇੰਟਾਂ ਦੇ ਵਿੱਚ ਡਿਟੇਲ ਦੇ ਕੇ ਇਸ ਪਾਵਨ ਸ਼ਬਦ ਵਿੱਚ ਫਿਰ ਲਾਸਟ ਵਿੱਚ ਭਾਈ ਗੁਰਦਾਸ ਜੀ ਨੇ ਜਿਹੜੀ ਗੱਲ ਕੀਤੀ ਆ ਉਹਨੂੰ ਆਪਾਂ ਸੈਂਟਰ ਬਣਾਉਣਾ, ਧੁਰਾ ਬਣਾਉਣਾ। ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆਂ ਨੂੰ। ਭਾਈ ਗੁਰਦਾਸ ਜੀ ਕਹਿੰਦੇ ਦਰ ਅਸਲ ਜਿਹੜਾ ਸੁੱਖ ਆ ਨਾ, ਸੁੱਖ ਤਾਂ ਗੁਰੂ ਦੀ ਮੱਤ, ਗੁਰੂ ਦਾ ਸ਼ਬਦ, ਸ਼ਬਦ ਦੀ ਵਿਚਾਰ ਹਿਰਦੇ 'ਚ ਟਿਕਾਉਣ ਦੇ ਨਾਲ ਮਿਲਣਾ। ਵੇਖ ਲਾ ਭਾਈ, ਚਾਹੇ ਕੁੱਕੜ ਚੱਕੀ ਫਿਰ, ਕੁੱਤੇ ਚੱਕੀ ਫਿਰ, ਚਾਹੇ ਤੂੰ ਬੱਕਰੇ ਚੱਕੀ ਫਿਰ, ਬੜਾ ਕੁਛ ਆ ਨਾ। ਡੋਲੂ ਕੱਚੀ ਲੱਸੀ ਪਾ ਕੇ ਤੁਰਿਆ ਫਿਰ, ਜੋ ਮਰਜ਼ੀ ਕਰਦਾ ਰਹਿ, ਪਰ ਸੁੱਖ ਨਹੀਂ ਮਿਲਦਾ। ਗਰੰਟੀ ਲਿਖਾ ਲਾ। ਪਰ ਪਤਾ ਨਹੀਂ ਕਿਉਂ ਫਿਰ ਵੀ ਅਸੀਂ ਸਮਝਦੇ ਨਹੀਂ ਨਾ। ਪਰ ਜਿਹੜੀ ਗੱਲ ਭਾਈ ਗੁਰਦਾਸ ਜੀ ਨੇ ਤੇ ਬੜੀ ਸੌਖੀ ਗੱਲ ਆ। ਭਾਈ ਗੁਰਦਾਸ ਜੀ ਕਹਿੰਦੇ ਬੰਦਾ ਸਰੀਰ ਦੀ ਬਿਮਾਰੀ ਨੂੰ ਹਟਾਉਣ ਦੇ ਲਈ ਆਪਣੇ ਪੇਟ 'ਚ ਦਵਾਈ ਧਰ ਲੈਂਦਾ, ਜਾਣੀ ਕਿ ਦਵਾਈ ਲੈ ਲੈਂਦਾ। 5-7 ਗੋਲੀਆਂ ਜਿਹੜੀਆਂ ਡਾਕਟਰ ਨੇ ਦੱਸੀਆਂ ਨਾ ਵੀ ਇਹ ਲੈ ਲਈ ਤੇ ਬੁਖਾਰ ਉਤਰ ਜੂਗਾ, ਉਹਨਾਂ 5-7 ਗੋਲੀਆਂ ਨੂੰ ਆਪਣੇ ਢਿੱਡ 'ਚ ਧਰ ਲੈਂਦਾ ਗਾ, ਤੇ ਕੁਛ ਟਾਈਮ ਬਾਅਦ ਬਿਮਾਰੀ ਤੋਂ ਰਾਹਤ ਮਿਲ ਜਾਂਦੀ ਆ। ਤੇ ਗੁਰੂ ਨਾਨਕ ਸਾਹਿਬ ਜੀ ਨੂੰ ਅਸੀਂ ਆਖਿਆ ਵੀ ਸਾਨੂੰ ਬਿਮਾਰੀ ਲੱਗੀ ਵੀ, ਅਸੀਂ ਬਹੁਤ ਜ਼ਿਆਦਾ ਦੁਖੀ ਆ, ਪਰਿਵਾਰ ਕਰਕੇ, ਬੱਚਿਆਂ ਕਰਕੇ, ਸਮਾਜ ਕਰਕੇ, ਘਰ ਕਰਕੇ ਬਹੁਤ ਦੁਖੀ ਆ, ਸਾਨੂੰ ਦਵਾਈ ਦੇ ਤੂੰ। ਤੇ ਗੁਰੂ ਸਾਹਿਬ ਜੀ ਕਹਿੰਦੇ ਬੜੀ ਸੌਖੀ ਆ, ਤੇ ਤੂੰ ਇਉਂ ਕਰ, ਆਪਣੇ ਨਾ ਹਿਰਦੇ 'ਚ ਗੁਰੂ ਦਾ ਸ਼ਬਦ ਰੂਪੀ ਦਵਾਈ ਧਰ ਲਾ, ਟਕਾ ਲਾ ਇਹਨੂੰ, ਤੇ ਤੈਨੂੰ ਸੁੱਖ ਮਿਲ ਜਾਊਗਾ। ਹੁਣ ਪ੍ਰੋਬਲਮ ਆ ਜਿਹੜੀ ਇਹ ਆ ਵੀ ਸ਼ਬਦ ਨੂੰ ਹਿਰਦੇ 'ਚ ਟਿਕਾਉਣਾ ਔਖਾ। ਦੇਖੋ ਹੈ ਭਾਵੇਂ ਗੁਰਮੁਖਾਂ ਲਈ ਸੌਖਾ, ਕੋਈ ਔਖਾ ਨਹੀਂ ਹੈ, ਪਰ ਆਮ ਬੰਦੇ ਦੇ ਵੱਸ ਤੋਂ ਬਾਹਰ ਦੀ ਗੱਲ ਆ। ਕੋਈ ਸ਼ਬਦ ਨੂੰ ਆਪਣੇ ਹਿਰਦੇ 'ਚ ਟਿਕਾਉਂਦਾ। ਹਿਰਦੇ 'ਚ ਟਿਕਾਉਣ ਤੋਂ ਭਾਵ ਸ਼ਬਦ ਦੇ ਮੁਤਾਬਕ ਤੁਰਨਾ, ਬਸ ਇੱਥੇ ਸੁੱਖ ਹੈਗਾ। ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀ ਹੈ। ਗੁਰੂ ਪਾਤਸ਼ਾਹ ਨੇ ਇੱਕ ਨਹੀਂ ਬਾਣੀ 'ਚ ਕਿੰਨੇ ਪ੍ਰਮਾਣ ਦਿੱਤੇ ਨੇ। ਜਪ ਮਨ ਸਦਾ ਸਤਨਾਮ, ਹਲਤ ਪਲਤ ਮੁਖ ਊਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਹਲਤ ਸੁੱਖ, ਪਲਤ ਸੁੱਖ, ਕਿੰਨੀਆਂ ਉਦਾਹਰਨਾਂ ਦਿੱਤੀਆਂ ਨਾ ਪਾਤਸ਼ਾਹ ਨੇ। ਇੱਥੇ ਵੀ ਸੁੱਖ, ਅੱਗੇ ਵੀ ਸੁੱਖ, ਪਰ ਉਹ ਸੁੱਖ ਸ਼ਬਦ ਰੂਪੀ ਦੀਵੇ ਨੂੰ, ਚਿਰਾਗ ਨੂੰ ਆਪਣੇ ਹਿਰਦੇ 'ਚ ਬਾਲ ਲਾ, ਆਪਣੇ ਨਾ ਦਿਮਾਗ ਦੇ ਵਿੱਚ ਬਾਲ ਲਾ ਸ਼ਬਦ ਨੂੰ, ਤਾਂ ਸੁੱਖ ਮਿਲਣਾ। ਕਿੰਨੀ ਸੋਹਣੀ ਗੱਲ ਕਹੀ ਆ। ਦੇਖੋ ਮੈਨੂੰ ਤਾਂ ਬੜੀ ਪਿਆਰੀ ਗੱਲ ਲੱਗਦੀ ਆ, ਪਰ ਤੁਸੀਂ ਬੜੇ ਸਤਿਕਾਰਯੋਗ ਹੋ, ਮੈਨੂੰ ਪਤਾ ਵੀ ਤੁਸੀਂ ਮੰਨ ਲਓਗੇ, ਪਰ ਜ਼ਰੂਰ ਮੰਨ ਲਿਓ। ਬਾਕੀ ਸਾਰੇ ਕਾਸੇ ਦਾ ਫਾਹਾ ਵੱਢ ਦਿਓ, ਕੁਛ ਨਹੀਂ ਕਿਤੇ ਹੈ, ਨਾ ਲੱਸੀਆਂ ਪਾਉਣ 'ਚ, ਨਾ ਪੂਜਾ ਕਰਨ 'ਚ। ਖਾਓ ਪੀਓ, ਸੋਹਣੀ ਜ਼ਿੰਦਗੀ ਜਿਉਂ, ਪ੍ਰੇਮ ਦੇ ਵਿੱਚ ਰਹੋ, ਹਿਰਦੇ 'ਚ ਬਾਣੀ ਨੂੰ ਟਿਕਾਓ, ਬਸ ਇਦੋਂ ਵਧੀਆ ਜ਼ਿੰਦਗੀ ਕੀ ਹੋਊਗੀ। ਤੇ ਇੱਥੇ ਪਾਤਸ਼ਾਹ ਨੇ ਲਿਖਿਆ ਹਿਰਦੇ ਦੇ ਵਿੱਚ ਰੱਬੀ ਬਾਣੀ ਦਾ ਸ਼ਬਦ, ਸ਼ਬਦ ਰੂਪੀ ਦੀਵਾ ਬਾਲ ਲਾ, ਸੁੱਖ ਹੀ ਸੁੱਖ ਨੇ। ਤੇ ਨਹੀਂ ਤਾਂ ਬਾਣੀ 'ਚ ਲਿਖਿਆ ਨਾ, ਸੁੱਖ ਨਾਹੀ ਰੇ, ਬਹੁਤਾ ਧਨ ਖੱਟ ਹੈ, ਇੱਕ ਤਾਂ ਲੋੜ ਆ,
ਬੱਚਿਆਂ ਨੂੰ ਲੋੜ ਆ, ਮਹਿੰਗੇ ਸਕੂਲਾਂ 'ਚ ਪੜ੍ਹਦੇ ਆ, ਘਰੇ ਲੋੜ ਆ, ਰਸੋਈ 'ਚ ਲੋੜ ਆ, ਲੀੜਾ ਕੱਪੜਾ ਲਿਆਉਣਾ ਗਾ, ਲੋੜ ਆ ਪੈਸੇ ਦੀ। ਇੱਕ ਜਮਾਖੋਰੀ ਕਰਨੀ, ਇੱਥੇ ਜਮਾਖੋਰੀ ਨੂੰ ਮਾੜਾ ਕਿਹਾ ਗੁਰੂ ਸਾਹਿਬ ਨੇ। ਦੱਬ ਕੇ ਬਾਹਰ ਰੱਜ ਕੇ ਖਾ ਦਾ ਕੋਈ ਗੁਨਾਹ ਨਹੀਂ ਗਾ, ਦਮਾਈ ਕਮਾਈ ਕਰ ਆਪਦੀ, ਜਿਵੇਂ ਮਰਜ਼ੀ ਕਰ, ਭਾਵ ਤੈਨੂੰ ਜ਼ਿੰਦਗੀ ਸੁਖਾਲੀ ਕਰਨ ਦੇ ਲਈ। ਹੁਣ ਵਾਹਿਗੁਰੂ ਜੀ ਕਹਿੰਦੇ ਭਾਈ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੇ ਲਈ ਦੱਬ ਕੇ ਕਮਾਈ ਕਰ, ਠੀਕ ਹੈ ਨਾ, ਲੋੜ ਪੂਰੀ ਕਰਨ ਦੇ ਲਈ, ਤੇ ਨਾਲ ਨਾਲ ਆਪਣੇ ਹਿਰਦੇ 'ਚ ਗੁਰੂ ਦਾ ਸ਼ਬਦ ਟਿਕਾ ਲਾ। ਪਾਤਸ਼ਾਹ ਨੇ ਬਾਣੀ 'ਚ ਵੀ ਲਿਖਿਆ ਨਾ, ਬਿਨ ਤੇਲ ਦੀਵਾ ਕਿਉਂ ਜਲੈ ਰਹਾਉ। ਪ੍ਰਸ਼ਨ ਕਰਤਾ, ਤੇਲ ਤੋਂ ਬਿਨਾ ਦੀਵਾ ਜਲ ਨਹੀਂ ਸਕਦਾ। ਪੋਥੀ ਪ੍ਰਾਣ ਕਮਾਈਐ, ਭਉ ਬੱਟੀ ਇਤ ਤਨ ਪਾਈਐ, ਸੱਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤਉ ਮਿਲੈ। ਵਿਚਾਰ ਕਿੰਨੀ ਸੋਹਣੀ ਦਿੱਤੀ ਹੈ ਪਾਤਸ਼ਾਹ ਨੇ। ਕਦੇ ਕਦੇ ਇਉਂ ਮਹਿਸੂਸ ਹੁੰਦਾ ਵੀ ਇੰਨੀਆਂ ਸੋਹਣੀਆਂ ਵਿਚਾਰਾਂ ਸ਼ਾਇਦ ਕਿਸੇ ਵੀ ਥਾਂ ਤੇ ਸਾਨੂੰ ਨਹੀਂ ਮਿਲ ਸਕਦੀਆਂ, ਕਿਸੇ ਵੀ ਥਾਂ ਤੇ। ਤੇ ਧੰਨਵਾਦ ਆ ਸਾਡਾ ਸਾਰਿਆਂ ਦਾ, ਸਾਨੂੰ ਗੁਰੂ ਸਾਹਿਬ ਤੜਕੇ ਰੋਜ਼ ਪ੍ਰਸ਼ਾਦ ਵੰਡਦੇ ਆ, ਗੁਰਬਾਣੀ ਦਾ ਪ੍ਰਸ਼ਾਦ ਰੋਜ਼ਾਨਾ ਵੰਡਦੇ ਆ। ਧੰਨਵਾਦ ਮੇਰੇ ਮਾਲਕ ਦਾ, ਆਪਾਂ ਸ਼ੁਕਰ ਕਰੀਏ। ਦਾਤਿਆ ਸਾਨੂੰ ਡਿੱਗਦਿਆਂ ਨੂੰ, ਢਹਿੰਦਿਆਂ ਨੂੰ, ਪੈਂਦਿਆਂ ਨੂੰ ਤੂੰ ਰੋਜ਼ ਗੁਰਬਾਣੀ ਦਾ ਪ੍ਰਸ਼ਾਦ ਵੰਡਦਾ ਨਾ, ਧੰਨਵਾਦ। ਬਲਿਓ ਚਿਰਾਗ ਅੰਧਿਆਰ ਮਹਿ, ਫਿਰ ਪਾਤਸ਼ਾਹ ਲਿਖਦਾ ਨਾ, ਸਭ ਕਲ ਉਧਰੀ ਇੱਕ ਨਾਮ ਧਰਮ। ਜਾਣੀ ਕਿ ਚਲੋ ਕਹਿਣ ਤੋਂ ਭਾਵ ਭਾਈ ਗੁਰਦਾਸ ਜੀ ਨੇ ਕਹਿ ਦਿੱਤਾ ਵੀ ਆਪਣੇ ਹਿਰਦੇ 'ਚ ਭਾਈ ਚਿਰਾਗ ਬਾਲ, ਹਿਰਦੇ ਦੇ ਵਿੱਚ ਸੁੱਖ ਲੈਣ ਦੇ ਲਈ ਗੁਰੂ ਦੇ ਸ਼ਬਦ ਨੂੰ ਟਿਕਾ। ਗੁਰੂ ਦੇ ਸ਼ਬਦ ਨੂੰ ਹਿਰਦੇ 'ਚ ਟਿਕਾਉਣ ਦੇ ਨਾਲ ਹੀ ਜ਼ਿੰਦਗੀ ਸੌਖੀ ਹੋਣੀ ਹੈ। ਇਹ ਭਾਈ ਗੁਰਦਾਸ ਜੀ ਦੀ ਨਾ ਮਤਲਬ ਲਾਸਟ ਵਾਲੀ ਤੁਕ ਦੇ ਵਿੱਚ ਸੁੱਖ ਦੀ ਗੱਲ ਕੀਤੀ ਹੈ। ਹੁਣ ਆਓ ਆਪਾਂ ਕੱਲੀ ਕੱਲੀ ਤੁਕ ਪਿੱਛੇ ਤੋਂ ਪੜ੍ਹੀਏ। ਇਹ ਸ਼ਬਦ ਅੱਜ ਕੱਲ ਰੋਜ਼ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਪੜ੍ਹਿਆ ਜਾਊਗਾ, ਪਰ ਇੰਨਾ ਜ਼ਰੂਰ ਆ ਭਾਈ ਸਾਹਿਬ ਨੂੰ ਬੇਨਤੀ ਕਰੀਏ, ਭਾਈ ਸਾਹਿਬ ਤੁਸੀਂ ਸ਼ਬਦ ਬੜਾ ਸੋਹਣਾ ਪੜ੍ਹ ਰਹੇ ਹੋ, ਪਰ ਇਹਦੇ ਅਰਥ, ਇਹਦੀ ਵਿਚਾਰ ਸਾਨੂੰ ਜ਼ਰੂਰ ਦੱਸ ਦਿਓ। ਤੇ ਹੁਣ ਪਾਤਸ਼ਾਹ ਨੇ ਲਿਖਿਆ ਕੀ ਆ, ਦੀਵਾਲੀ ਦੀ ਰਾਤ ਦੀਵੇ ਬਾਲੀਆਨ। ਹੁਣ ਇਹਦੇ ਅਰਥ ਅਸੀਂ ਬਣਾ ਲਏ ਗਲਤ, ਵੀ ਗੁਰੂ ਸਾਹਿਬ ਜੀ ਕਹਿੰਦੇ ਨੇ ਦੀਵਾਲੀ ਨੂੰ ਦੀਵੇ ਬਾਲ ਲਿਆ ਕਰ। ਕੋ ਸਾਡਾ ਦਿਮਾਗ ਤਾਂ ਪੁੱਠਾ ਚੱਲਦਾ ਨਾ, ਪਰ ਦੱਸਿਆ ਕੀ ਆ ਉਹ ਨਹੀਂ ਸਮਝਿਆ। ਤੁਸੀਂ ਸਿਆਣੇ ਹੋ, ਕੱਲੀ ਕੱਲੀ ਘੜੀ ਗੱਲ ਨੂੰ ਨਾ ਕੈਚ ਕਰਿਓ, ਸਮਝਿਓ, ਆਪਣੇ ਹਿਰਦੇ 'ਚ ਟਿਕਾਇਓ। ਲਿਖਿਆ ਕੀ ਆ, ਦੀਵਾਲੀ ਦੀ ਰਾਤ ਦੀਵੇ ਬਾਲੀਆਨ। ਦੀਵਾਲੀ ਦੀ ਰਾਤ ਆ ਤੂੰ ਦੀਵੇ ਬਾਲ, ਪਰ ਦੀਵਾ ਬਾਲਣ ਤੋਂ ਬਾਅਦ ਦੀਵੇ ਵੱਲ ਦੇਖ, ਦੀਵੇ ਨਾਲ ਗੱਲਾਂ ਕਰ। ਦੂਜੀ ਗੱਲ ਕੀ ਕਹੀ ਹੈ, ਦੀਵੇ ਨਾਲ ਗੱਲਾਂ ਕਰ। ਹੁਣ ਸ਼ਾਇਦ ਸਾਡੇ ਵਿੱਚੋਂ ਕੋਈ ਵੀ ਨਹੀਂ ਹੋਣਾ ਜਿਹੜਾ ਦੀਵੇ ਨੂੰ ਬਾਲਤਾ ਤੇ ਦੀਵੇ ਨਾਲ ਗੱਲਾਂ ਕਰੇ। ਹੁਣ ਗੁਰੂ ਸਾਹਿਬ ਨੇ ਤਾਂ ਨਿਵੇਕਲੀ ਗੱਲ ਦੱਸੀ ਹੈ ਨਾ, ਦੀਵੇ ਨਾਲ ਗੱਲਾਂ ਕਰ। ਹੁਣ ਜਿਹੜਾ ਬੰਦਾ ਦੀਵੇ ਨਾਲ ਗੱਲਾਂ ਕਰੂ ਤੇ ਸਾਈਡ ਤੇ ਬੰਦਾ ਉਹਨੂੰ ਸੁਣੇ, ਤੇ ਸੁਣਨ ਵਾਲਾ ਕੀ ਕਹੂ ਭਲਾ, ਕਮਲਾ ਹੀ ਆ, ਇਕੱਲੇ ਹੀ ਬੋਲੀ ਜਾਂਦਾ। ਗੁਰੂ ਸਾਹਿਬ ਕਹਿੰਦੇ ਨਹੀਂ ਪੁੱਤ, ਦੀਵਾ ਬਾਲਤਾ ਨਾ, ਦੀਵੇ ਨਾਲ ਗੱਲਾਂ ਜ਼ਰੂਰ ਕਰ। ਦੀਵੇ ਨੂੰ ਪੁੱਛੀ ਕਿੰਨਾ ਚਿਰ ਚੱਲੇਗਾ, ਦੀਵਾ ਦੱਸ ਦੂ ਜਦੋਂ ਤੱਕ ਤੇਲ ਆ ਮੈਂ ਚੱਲੂ। ਦੀਵਾ ਦੱਸ ਦੂ ਜਿੰਨਾ ਟਾਈਮ ਬੱਤੀ ਆ ਮੈਂ ਚੱਲੂ। ਦੀਵਾ ਬੋਲ ਪੂ ਜੇ ਹਵਾ ਨਾ ਆਈ ਮੈਂ ਚੱਲੂ। ਮਤਲਬ ਦੀਵੇ ਦੀ ਇੱਕ ਲਿਮਟ ਆ। ਉਹਨੇ ਘੰਟਾ, 2 ਘੰਟੇ, 4 ਘੰਟੇ ਚੱਲਣਾ, ਉਸ ਤੋਂ ਬਾਅਦ ਕੀ ਹੋ ਜੂ, ਬੰਦ। ਹੁਣ ਭਾਈ ਗੁਰਦਾਸ ਜੀ ਨੇ ਇੱਥੇ ਵਿਅੰਗ ਕੱਸਿਆ, ਕਹਿੰਦੇ ਆਹ ਕਿਹੜਾ ਦੀਵਾ ਜਿਹੜਾ 2 ਘੰਟਿਆਂ ਬਾਅਦ ਬੰਦ ਹੋ ਗਿਆ, ਤੇ ਤੂੰ ਕਿੰਨੀ ਖੁਸ਼ੀ ਮਨਾਉਣਾ ਫਿਰਦਾ ਮੈਂ ਦੀਵਾ ਲਾਤਾ। ਅਸਲ ਦੇ ਵਿੱਚ ਦੀਵਾ ਉਹ ਲਾ, ਕਿਹੜਾ ਅਸਲ 'ਚ ਦੀਵਾ ਉਹ ਬਾਲ, ਕਿਹੜਾ ਦੀਵਾ, ਜਿਹੜੇ ਚੋਂ ਨਾ ਤਾਂ ਤੇਲ ਮੁੱਕੇ
ਨਾ ਬੱਤੀ ਮੱਚੇ, ਨਾ ਹਵਾ ਆਉਣ ਤੇ ਬੁਝੇ, ਨਾ ਉਹ ਘੰਟਾ ਨਾ 2 ਘੰਟੇ ਇਉਂ ਨਾ ਚੱਲੇ ਜਿਹੜਾ ਲੰਮਾ ਟਾਈਮ ਹੀ ਚੱਲੇ, ਕਦੇ ਬੰਦ ਹੀ ਨਾ ਹੋਵੇ, ਉਹ ਦੀਵਾ ਬਾਲ। ਹੁਣ ਕੱਲ ਨੂੰ ਆਪਾਂ ਅੱਜ ਹੀ ਵਗ ਚੱਲਾਂਗੇ, ਬਾਜ਼ਾਰ 'ਚ ਵਗ ਚੱਲਾਂਗੇ, ਵੱਡੇ ਵੱਡੇ ਸ਼ਹਿਰਾਂ 'ਚ, ਚੰਡੀਗੜ੍ਹ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਜਿੱਡੀ ਮਰਜ਼ੀ ਦੂਰ, ਬੰਬੇ, ਕਲਕੱਤੇ ਚਲੇ ਜਾਓ, ਲੱਭਣ ਲੱਗ ਜਾਈਏ ਆਪਾਂ ਵੀ ਸਾਨੂੰ ਉਹ ਦੀਵਾ ਦੇ ਦਿਓ ਜਿਹੜਾ ਬੰਦ ਨਾ ਹੋਵੇ। ਪ੍ਰਜਾਪਤ ਭਰਾ ਕੋਲ ਵੀ ਜਾ ਸਕਦੇ ਨੇ, ਉਹ ਕੁਆਲਿਟੀ ਦਾ ਦੀਵਾ ਦੇ ਜਿਹੜਾ ਬੰਦ ਨਾ ਹੋਵੇ। ਹੁਣ ਚੇਤਾ ਰੱਖਿਓ, ਸ਼ਾਇਦ ਆਪਾਂ ਨੂੰ ਕਲੀਅਰ ਤੌਰ ਤੇ ਦੀਵਾ ਦੁਨੀਆ ਦੀ ਕਿਸੇ ਦੁਕਾਨ ਤੋਂ ਨਹੀਂ ਮਿਲਣਾ। ਜਿਹਨੇ ਗੱਲ ਕਹੀ ਹੈ ਵੀ ਆਹ ਦੀਵਾ ਬਾਲ ਜਿਹੜਾ ਬੰਦ ਨਾ ਹੋਵੇ, ਇਹ ਦੀਵਾ ਮਿਲਦਾ ਵੀ ਉਸੇ ਕੋਲੋਂ ਆ, ਉਸੇ ਕੋਲੋਂ ਦੀਵਾ ਮਿਲਦਾ। ਪਰ ਸ਼ਾਇਦ ਅੱਜ ਕੱਲ ਲੈ ਕੇ ਦੀਵੇ ਨੂੰ ਕੋਈ ਜਾਊਗਾ। ਜਿਹੜੀ ਮੇਨ ਗੱਲ ਆ ਨਾ, ਇਹਦਾ ਗਾਹਕ ਕੋਈ ਆ। ਗਾਹਕੀ ਪੈਦਾ ਕਰਨ ਦਾ ਅੰਦਰੋਂ ਚਾਅ ਹੋਣਾ ਚਾਹੀਦਾ, ਰੁਚੀ ਹੋਣੀ ਚਾਹੀਦੀ ਆ। ਹੁਣ ਆਹ ਦੀਵਾ ਲੈਣ ਦੇ ਲਈ ਕੋਈ ਹੁਣ ਦੀਵਾ ਕਿੱਥੋਂ ਮਿਲਦਾ, ਆਓ ਆਪਾਂ ਐਡਰੈਸ ਪੁੱਛ ਕੇ ਗੁਰੂ ਸਾਹਿਬ ਨੂੰ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨਾ 878 ਨੰਬਰ ਪੰਨੇ ਬਿਲਾਵਲ ਰਾਗ ਦੇ ਵਿੱਚ ਕਿਰਪਾ ਕਰਦੇ ਨੇ। ਕਹਿੰਦੇ ਅੰਤਰ ਭਾਹੇ ਤਿਸੈ ਤੂੰ ਰੱਖ, ਅੰਤਰ ਭਾਹੇ ਤਿਸੈ ਤੂੰ ਰੱਖ। ਫਿਰ ਕੀ ਕਿਹਾਗਾ, ਅਹਨਸ ਦੀਵਾ ਬਲੈ ਅਥਕ। ਹੁਣ ਦੇਖੋ, ਤੁਹਾਨੂੰ ਪੂਰਾ ਹੀ ਪਤਾ ਲੱਗ ਗਿਆ ਹੁਣ ਇਹ ਸ਼ਬਦ ਵਿੱਚੋਂ, ਅਹਨਸ ਦੀਵਾ ਬਲੈ ਅਥਕ। ਅਥਕ ਤੋਂ ਭਾਵ ਜਿਹੜਾ ਦੀਵਾ ਥੱਕਦਾ ਨਹੀਂ ਹੈ, ਟੁੱਟਦਾ ਨਹੀਂ ਹੈ, ਬੁਝਦਾ ਨਹੀਂ ਹੈ, ਤੇਲ ਨਹੀਂ ਮੁੱਕਦਾ, ਬੱਤੀ ਨਹੀਂ ਮੱਚਦੀ। ਲਿਖਿਆ ਕਿ ਅਹਨਿਸ, ਦਿਨ ਰਾਤ ਚੱਲਦਾ ਦੀਵਾ, ਦਿਨ ਰਾਤ। ਜਿੱਦੇ ਜੰਮ ਪਿਆ ਸੀ ਨਾ, ਉਦੇ ਤੋਂ ਲੈ ਕੇ ਮਰਨ ਤੱਕ ਦੀਵਾ ਚੱਲਦਾ। ਪਰ ਵਾਹਿਗੁਰੂ ਭਲਾ ਕਰੇ, ਜਿੰਨੇ ਆਪਾਂ ਬਾਣੀ ਦੀ ਵਿਚਾਰ ਸੁਣਦੇ ਆ ਨਾ, ਕਦੇ ਗੌਰ ਕਰਕੇ ਵੇਖਿਓ, ਇਹ ਦੀਵੇ ਵੱਲ ਅਸੀਂ ਨਿਗਾਹ ਹੀ ਨਹੀਂ ਮਾਰੀ ਕਦੇ। ਇਹ ਦੀਵੇ ਵੱਲ ਕਦੇ ਵੀ ਨਹੀਂ ਨਿਗਾਹ ਮਾਰੀ। ਉਹ ਕਿਹੜਾ ਦੀਵਾ ਗਾ? ਤੁਹਾਡੇ ਚੋਂ ਬੜੀਆਂ ਗੁਰਮੁਖ ਰੂਹਾਂ ਹੋਣਗੀਆਂ ਜੋ ਸੋਹਿਲਾ ਸਾਹਿਬ ਦਾ ਪਾਵਨ ਪਾਠ ਸ਼ਾਮ ਨੂੰ ਕਰਕੇ ਪੈਂਦੀਆਂ ਹੋਣਗੀਆਂ। ਨਹੀਂ ਆਦਤ ਪਾਈ, ਜ਼ਰੂਰ ਪਾਇਓ। 5 ਮਿੰਟਾਂ ਦਾ ਪਾਠ ਆ, ਕੋਈ ਸੁਪਨਾ ਨਹੀਂ ਆਉਂਦਾ, ਕਿਸੇ ਤਰ੍ਹਾਂ ਦੀ ਕੋਈ ਗੜਬੜ ਨਹੀਂ ਹੁੰਦੀ, ਮਾਲਕ ਦੀ ਬਖਸ਼ਿਸ਼ ਹੁੰਦੀ ਆ। ਸਿੱਖ ਨੂੰ ਪਰਮਾਨੈਂਟ ਪੱਕੇ ਤੌਰ ਤੇ 100% ਇਹ ਹਦਾਇਤ ਆ ਵੀ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਨ ਤੋਂ ਬਿਨਾਂ ਤਾਂ ਸੌਣਾ ਨਹੀਂ। ਤੇ ਜਿਨ੍ਹਾਂ ਨੂੰ ਆਦਤ ਆ ਸ਼ਾਬਾਸ਼ ਏ, ਜਿਨ੍ਹਾਂ ਨੂੰ ਨਹੀਂ ਆਦਤ ਤਾਂ ਉਹ ਭਾਈ ਜ਼ਰੂਰ ਪਾਇਓ। ਉਸੇ ਸੋਹਿਲਾ ਸਾਹਿਬ ਦੀ ਬਾਣੀ ਵਿੱਚ ਲਿਖਿਆ, ਸਭ ਮਹਿ ਜੋਤ, ਜੋਤ ਹੈ ਸੋਏ। ਇਹ ਦੀਵਾ, ਇਹ ਜੋਤ ਸਾਰਿਆਂ ਵਿੱਚ ਚੱਲਦੀ ਆ, ਟੋਟਲ ਵਾਢੇ ਲਾ। ਕੀੜੀ ਵਿੱਚ ਵੀ ਚੱਲਦੀ ਆ, ਹਾਥੀ 'ਚ, ਬੇਲ ਮੱਸੀ 'ਚ, ਮਨੁੱਖ 'ਚ। ਤੇ ਦੀਵਾ ਲਾਉਣ ਵਾਲਾ, ਜੋਤ ਲਾਉਣ ਵਾਲਾ ਇੱਕੋ ਹੀ ਆ, ਪਰਮਾਤਮਾ। ਕਦੇ ਉਹਦਾ ਸ਼ੁਕਰ ਨਹੀਂ ਕੀਤਾ, ਕਦੇ ਉਹਦਾ ਧੰਨਵਾਦ ਨਹੀਂ ਕੀਤਾ। ਡਿਜੀਟਲ ਅੱਜ ਦੀਪਮਾਲਾਵਾਂ ਮਿਲਦੀਆਂ ਨਾ, ਲਿਆ ਕੇ ਲਾ ਦਿੰਦੇ ਆ, ਮੇਰੇ ਵਰਗਾ ਚੱਕ ਕੇ ਮੂੰਹ ਅੱਧਾ ਘੰਟਾ ਉਹਦੇ ਕਹੀਂ ਦੇਖੀ ਜਾਂਦਾ, ਕਿੰਨੀ ਸੋਹਣੀ ਆ ਓਏ, ਕਿੰਨੀ ਵਧੀਆ ਚੱਲਦੀ ਆ ਓਏ, ਕਿੰਨੇ ਰੰਗ ਕੱਢਦੀ ਆ ਓਏ, ਚਾਨਣੀ ਬਹੁਤ ਆ ਓਏ। 5-7 ਮਿੰਟ ਨਾ ਬੰਦਾ ਵਡਿਆਈ ਕਰੀ ਜਾਂਦਾ ਗਾ ਡਿਜੀਟਲ ਦੀਪਮਾਲਾ ਦੀ, ਦੀਵਿਆਂ ਦੀ। ਤੇ ਕਦੇ ਨਿਗਾਹ ਮਾਰ ਗਈ ਵੀ ਆਪਣੇ ਅੰਦਰ ਜਿਹੜੀ ਰੱਬ ਨੇ ਦੀਪਮਾਲਾ ਧਰੀ ਹੈਗੀ, ਰੱਬ ਨੇ ਜਿਹੜਾ ਦੀਵਾ ਬਾਲਿਆ, ਕਦੇ ਉਹਦੇ ਵੱਲ ਨਿਗਾਹ ਮਾਰ ਕੇ ਕਿਹਾ ਸ਼ੁਕਰ ਆ ਉਹਦਾ, ਤੇ ਤੇਰਾ ਕਮਾਲ ਕੀਤੀ ਪਈ ਆ। ਨਾ ਹਵਾ 'ਚ ਬੰਦ ਹੁੰਦਾ, ਨਾ ਇਹ ਟੁੱਟਦਾ ਗਾ, ਨਾ ਇਹ ਥੱਕਦਾ ਗਾ, ਨਾ ਇਹ ਬੁਝਦਾ ਗਾ, ਕਮਾਲ ਕਰੀ ਪਈ। ਅੱਛਾ, ਜਿੱਦੇ ਬੁਝ ਗਿਆ ਉਹਦੇ ਇਲਾਜ ਵੀ ਕੋਈ ਨਹੀਂ, ਜਿੱਦੇ ਬੁਝ ਗਿਆ ਨਾ ਉਹਦੇ ਇਲਾਜ ਵੀ ਕੋਈ ਨਹੀਂ, ਉਹਦੇ ਭਾਵੇਂ ਕੋਈ ਅਰਬਾਂ ਖਰਬਾਂ ਪਤੀ ਹੋਵੇ। ਇਸੇ ਕਰਕੇ ਸੱਚੇ ਪਾਤਸ਼ਾਹ ਨੇ, ਭਾਈ ਗੁਰਦਾਸ ਜੀ ਨੇ ਸਾਨੂੰ ਪਹਿਲੀ ਤੁਕ ਦੇ ਵਿੱਚ ਆਹ ਵਿਚਾਰ ਦਿੱਤੀ ਹੈ ਵੀ ਦੀਵਾ ਬਾਲ, ਦੀਵਾ ਤੇਰੇ ਅੰਦਰ ਬਲ ਰਿਹਾ, ਉਹਦੇ 'ਚ ਦੁੱਖਾਂ ਦਾ ਤੇਲ ਪਾ ਦੇ, ਬੱਤੀ ਚਲਾ, ਪਰ ਉਹਨੂੰ ਤੂੰ ਕਮਜ਼ੋਰ ਕਰੀ ਬੈਠਾ, ਉਹਨੂੰ ਕਾਇਮ ਕਰ। ਤੇ ਜਿਹੜਾ ਆਹ ਦੀਵੇ ਤੂੰ ਬਾਲੇਂਗਾ ਨਾ, ਦੀਵਾਲੀ ਦੀ ਰਾਤ ਦੀਵੇ ਬਾਲੀ ਹਨ, ਇਹਦਾ ਮੇਨ ਮੈਸੇਜ ਕੀ ਆ? ਇਹ 2 ਘੰਟਿਆਂ ਤੋਂ ਬਾਅਦ ਬੁੱਝ ਜਾਣਗੇ। ਉਹ ਦੀਵਾ ਬਾਲ ਜਿਹੜਾ ਕਦੇ ਬੁਝੇ ਨਾ।
पता लग गया ना हुण ये शब्द अज कल सारा बहुत बड़े पद्धर ते रिपीट होऊगा, हर एक रागी शब्द पढ़ूगा ये, ते असीं की करांगे? हाँ जी, बहुत वधिया नज़ारा आ गया। वाहिगुरू भला करे, नज़ारा इउं नहीं आउंदा हुंदा, नज़ारा परख के आउंदा हुंदा गा। परख के आउंदा ना, किसी ने रोटी मोटी मोटी ਚੱਬੀ अंदर सुੱਟ ਲਈ ਤੇ ਕਹਿ ਲਈਏ ਵੀ ਕਿਵੇਂ ਸੀ ਲੂਣ ਮਿਰਚਾ, ਕੁਛ ਨਹੀਂ ਦੱਸ ਸਕੇਗਾ। ਕਿਸੇ ਨੇ ਚਿੱਥ ਚਿੱਥ ਕੇ ਭਾਵ ਪਿਆਰ ਦੇ ਨਾਲ ਉਹ ਰੋਟੀ ਵਿੱਚ ਲੀਨ ਹੋ ਕੇ ਰੋਟੀ ਖਾਧੀ ਆ, ਸਵਾਦ ਉਹਨੂੰ ਆਇਆ। ਠੀਕ ਹੈ ਨਾ। ਬਾਣੀ ਪੜ੍ਹ ਸੁਣ ਕੇ ਸਿਰ ਮਾਰ ਕੇ ਮੁੜ ਜਾਣਾ, ਇਹਨੂੰ ਰਸ ਨਹੀਂ ਕਹਿੰਦੇ। ਬਾਣੀ ਨੂੰ ਵਿਚਾਰ ਕੇ ਆਪਣੇ ਹਿਰਦੇ 'ਚ ਟਿਕਾਉਣਾ, ਇਹਨੂੰ ਸਵਾਦ ਰਸ ਕਹਿੰਦੇ ਨੇਗੇ। ਦੀਵਾਲੀ ਦੀ ਰਾਤ ਦੀਵੇ ਬਾਲੀ ਹਨ, ਬਾਲ ਲਾ ਦੀਵੇ ਇਹ ਬੁੱਝ ਜਾਣਗੇ। ਅਗਲੀ ਤੁਕ, ਤਾਰੇ ਜਾਤ ਸਨਾਤ ਅੰਬਰ ਭਾਲੀ ਅੰਨ। ਫਿਰ ਤੇਰੇ ਦੀਵੇ ਲਾਉਣ ਨਾਲੋਂ ਵੱਡੇ ਦੀਵੇ ਤਾਂ ਵਾਹਿਗੁਰੂ ਲਾਈ ਬੈਠਾ ਅੰਬਰ 'ਚ, ਲਾਈ ਬੈਠਾ ਨਾ। ਅੰਬਰ 'ਚ ਮਤਲਬ ਕਿ ਆਕਾਸ਼ ਦੇ ਵਿੱਚ ਦੀਵੇ ਲੱਗੇ ਹੋਏ ਨੇ, ਕਿਹੜੇ? ਤਾਰੇ। ਧੂਪ ਮਲ ਆਣ ਲੋ ਪਵਨ ਚਵਰੋ, ਕਰੇ ਸਗਲ ਬਨਰਾਏ ਫੂਲੰਤ ਜੋਤੀ। ਕਿਵੇਂ ਧੂਪ ਦੀ ਰੌ ਚੱਲ ਰਹੀ ਆ, ਚਲਦੀ ਆ ਨਾ, ਤੂੰ ਨਿਗਾਹ ਮਾਰ ਕੇ ਵੇਖ। ਅੱਛਾ, ਜਿਹੜੇ ਤਾਰੇ ਦੀਵੇ ਅੰਬਰ 'ਚ ਲੱਗੇ ਹੋਏ ਨਾ, ਅੰਬਰ 'ਚ ਦੀਵੇ ਬੜੇ ਵਧੀਆ, ਉਹ ਰੱਬ ਨੇ ਲਾਏ ਨੇ ਦੀਵੇ, ਉਹ ਬੁਝਦੇ ਵੱਜਦੇ ਨਹੀਂ। ਹਜ਼ਾਰਾਂ ਅਰਬਾਂ ਸਾਲ ਹੋ ਗਏ ਚੱਲੀ ਜਾਂਦੇ ਆ, ਅੱਜ ਵੀ ਉਵੇਂ ਚੱਲਦੇ ਆ। ਦੂਜੀ ਹੋਰ ਕਮਾਲ ਦੇਖੋ, ਆਪਾਂ ਨਾ ਬਲਬ ਲਿਆ ਕੇ ਅੱਜ ਨਵਾਂ ਟੰਗ ਦੋ, ਕੱਲ ਤੱਕ ਬਲਬ ਮੈਲਾ ਹੋ ਜੂ ਤੇ ਚਾਨਣ ਮੱਧਮ ਪੈ ਜੂਗਾ, ਪੈਂਦਾ ਨਾ। ਤੇ ਕਦੇ ਤਾਰਿਆਂ ਦਾ ਚਾਨਣ ਮੱਧਮ ਪਿਆਗਾ ਵੀ ਤਾਰਾ ਮੈਲਾ ਹੋ ਗਿਆ, ਚੰਦ ਮੈਲਾ ਹੋ ਗਿਆ, ਬਾਹਰੀ ਤੌਰ ਤੇ ਮਿੱਟੀ ਘੱਟਾ ਲੱਗ ਗਿਆ, ਤੇ ਇੱਥੇ ਕਹਿਣਾ ਪਊਗਾ ਵਾਹ ਦਾਤਿਆ ਵਾਹ, ਤੂੰ ਬੜੀ ਕੁਆਲਿਟੀ ਦੇ ਦੀਵੇ ਲਾਏ ਨੇ, ਬੜੀ ਕੁਆਲਿਟੀ ਦੀ ਮਿਸਾਲ ਲਾਈ ਆ ਤੂੰ। ਮਿਸਾਲ ਮੀਨਜ਼ ਚੰਦ, ਬੜੀ ਕੁਆਲਿਟੀ ਦੇ ਲਾਏ ਨੇ, ਤੇਰੇ 'ਚ ਕੁਆਲਿਟੀ ਬੜੀ ਵਧੀਆ, ਤੇ ਕੁਆਲਿਟੀ ਦੇ ਦੀਵੇ ਤੇ ਕੁਆਲਿਟੀ ਦਾ ਤੂੰ ਮਿਸਾਲ ਲਾਈ ਆ। ਕਦੇ ਮੈਲੇ ਨਹੀਂ ਹੋਏ, ਹੈ ਨਾ। ਪਰ ਜਿਹੜੀ ਗੱਲ ਭਾਈ ਗੁਰਦਾਸ ਨੇ ਕਹੀ ਆ, ਉਹ ਕਮਾਲ ਦੀ ਕਹੀ ਆ। ਭਾਈ ਗੁਰਦਾਸ ਜੀ ਕਹਿੰਦੇ ਨਾ, ਦਰਅਸਲ ਜਿਹੜੇ ਦੀਵੇ ਤਾਰਿਆਂ ਦੇ ਰੂਪ 'ਚ ਟਿਮਟਮਾ ਰਹੇ ਨੇ, ਜਗ ਰਹੇ ਨੇ, ਇਹ ਵੀ 5-6 ਘੰਟਿਆਂ ਬਾਅਦ ਬੁਝ ਜਾਣਗੇ। ਜਿਹੜਾ ਅਸੀਂ ਮਿੱਟੀ ਦਾ ਦੀਵਾ ਲਾਇਆ ਉਹ 2 ਘੰਟਿਆਂ ਦੀ ਮਰਿਆਦਾ, ਤੇ ਜਿਹੜੇ ਰੱਬ ਨੇ ਅੰਬਰ 'ਚ ਦੀਵੇ ਲਾਏ ਨੇ ਉਹਨਾਂ ਦੀ 5-6 ਘੰਟਿਆਂ ਦੀ ਮਰਿਆਦਾ। 5-6 ਘੰਟਿਆਂ ਬਾਅਦ ਉਹਨਾਂ ਦੀਵਿਆਂ ਨੇ ਬੁਝ ਜਾਣਾਗਾ। ਗੱਲ ਆ ਕਹੀ ਇੱਥੇ, ਤਾਰੇ ਜਾਤ ਸਨਾਤ ਅੰਬਰ ਭਾਲੀ ਹਨ। ਦਿਨ ਚੜ ਗਿਆ ਨਾ, ਸੂਰਜ ਦੀਆਂ ਕਿਰਨਾਂ ਨੇ ਧਰਤੀ ਤੇ ਦਸਤਕ ਦੇ ਤੇ, ਮਤਲਬ ਕਿ ਆ ਗਈਆਂ, ਨਾਲ ਦੀ ਨਾਲ ਤਾਰੇ ਅਲੋਪ, ਖਤਮ। ਹੁਣ ਪਾਤਸ਼ਾਹ ਕਹਿੰਦੇ ਤਾਰੇ ਭਾਲ ਕੇ ਦਿਖਾ, ਭਾਵੇਂ ਹੈ ਪਰ ਲੱਭਣੇ ਨਹੀਂ, ਭਾਵੇਂ ਹੋਣਗੇ ਪਰ ਲੱਭਣੇ ਨਹੀਂ, ਖਤਮ ਆ ਤਾਰੇ। ਹੁਣ ਗੁਰੂ ਸਾਹਿਬ ਕਹਿੰਦੇ ਦੇਖ, ਤੇਰੇ ਦੀਵੇ ਕਿੱਥੋਂ ਟਿਕਣਗੇ, ਇੱਥੇ ਤਾਂ ਰੱਬ ਨੇ ਦੀਵੇ ਲਾਏ ਸੀ ਅੰਬਰ 'ਚ, ਤੇ ਉਹ ਦੀਵੇ ਵੀ ਬੁਝ ਗਏ ਭਾਈ। ਦੀਵਾ ਉਹ ਬਾਲ ਜਿਹੜਾ ਬੁਝੇ ਨਾ, ਤਾਂ ਸੁੱਖ ਮਿਲਣਾਗਾ, ਨਹੀਂ ਸੁੱਖ ਨਹੀਂ ਮਿਲਣਾ। ਤੂੰ ਜੋ ਮਰਜ਼ੀ ਉਪਰਾਲੇ ਕਰੀ ਚੱਲ, ਨਹੀਂ ਸੁੱਖ ਨਹੀਂ ਮਿਲਣਾ। ਤੇ ਤੁਹਾਨੂੰ ਮੈਂ ਇੱਕ ਦੁਬਾਰਾ ਮੈਸੇਜ ਰਿਪੀਟ ਕਰ ਦੇਵਾਂ, ਪਿਛਲੇ ਦਿਨਾਂ ਦੇ ਵਿੱਚ ਆਪਾਂ ਇਸੇ ਦੀਵਾਲੀ ਦੇ ਸੰਬੰਧ 'ਚ ਸੁਣਿਆ ਸੀ ਵੀ ਦੀਵਾ ਕਿਉਂ ਬਾਲਿਆ ਗਿਆ। ਘਰਾਂ ਦੀ ਸਫਾਈ, ਅੰਦਰ ਐਂਟਰ ਹੋਣਾਗਾ, ਪਹਿਲਾਂ ਬਾਹਰ ਸੌਂਦੇ ਸੀ, ਹੁਣ ਅੰਦਰ ਪੈਣਾਗਾ। ਸਫਾਈ ਹੋਈ ਆ, ਕਿਰਲੀਆਂ ਜਾਨਵਰ ਅੰਦਰ ਮਰ ਜਾਂਦੇ ਨੇ, ਉਹਨਾਂ ਦੇ ਮਰਨ ਦੀ ਦੁਰਗੰਧ ਆਉਂਦੀ ਆ, ਸੁਗੰਧੀ ਨਹੀਂ ਆਉਂਦੀਗੀ। ਉਹ ਦੁਰਗੰਧ ਨੂੰ ਸੁਗੰਧੀ 'ਚ ਤਬਦੀਲ ਕਰਨ ਦੇ ਲਈ ਦੀਵੇ ਬਾਲੇ ਜਾਂਦੇ ਸਨ। ਜਾਣੀ ਕਿ ਉਹ ਵੀ ਕਹਿ ਸਕਦੇ ਆ, ਇਹ ਦੀਵੇ ਬਾਲਣਾ, ਜਾਣੀ ਕਿ ਦੀਵਾਲੀ ਦੀ ਰਾਤ ਦੀਵੇ ਲਾਉਣੇ, ਇਹ ਇੱਕ ਮੌਸਮੀ ਤਿਉਹਾਰ ਹੈ, ਮੌਸਮ ਨਾਲ ਡਿਪੈਂਡ ਹੈ, ਨਾ ਕਿ ਕਿਸੇ ਬਾਬੇ ਨਾਲ, ਨਾ ਕਿਸੇ ਹੋਰ ਪੀਰ ਫਕੀਰ ਨਾਲ, ਕਿਸੇ ਨਾਲ ਕੋਈ ਡਿਪੈਂਡ ਨਹੀਂ ਹੈ। ਉਹ ਗੱਲਾਂ ਜੁੜ ਜਾਂਦੀਆਂ ਹੁੰਦੀਆਂ ਨੇ, ਉਹ ਦਿਨ ਨਿਸ਼ਚਿਤ ਕੀਤੇ ਜਾਂਦੇ ਨੇ ਵੀ ਆਪਾਂ ਆਹ ਦਿਨ ਆਹ ਕੰਮ ਕਰਾਂਗੇ। ਚਲੋ ਸੌਖਾ ਵੀ ਸਾਰਿਆਂ ਨੂੰ ਪਤਾ ਲੱਗ ਜੂਗਾ ਵੀ ਦੀਵਾਲੀ ਵਾਲੇ ਦਿਨ ਭਾਈ ਆਪਾਂ ਆਹ ਕੰਮ ਕਰਨਾਗਾ। ਤੇ ਦੂਸਰਾ ਪੁਆਇੰਟ ਕੀ ਸੀਗਾ, ਸਤਿਗੁਰੂ ਪਾਤਸ਼ਾਹ ਨੇ ਪਿੱਛੇ ਸਾਨੂੰ ਸਮਝਾ ਦਿੱਤਾ ਸੀਗਾ ਬੰਦੀ ਛੋੜ ਦਾ, ਤੇ ਬੰਦੀ ਛੋੜ ਤਾਂ ਮੇਰਾ ਦਾਤਾ ਸਦਾ ਹੀ ਆਗਾ।
ਉਹ ਕੇਵਲ ਗਵਾਲੀਅਰ 'ਚ ਬੰਦੀ ਛੋੜ ਨਹੀਂ, ਉਹ ਤਾਂ ਬਾਬਰ ਦੀ ਕੈਦ 'ਚ ਵੀ ਬੰਦੀ ਛੋੜ ਆ, ਇੱਥੇ ਭੂੰਦੜ 'ਚ ਵੀ ਬੰਦੀ ਛੋੜ ਆ, ਕੈਨੇਡਾ ਅਮਰੀਕਾ 'ਚ ਵੀ ਬੰਦੀ ਛੋੜ ਆ। ਜਿੱਥੇ ਸਾਡੇ ਦਿਮਾਗ ਨੂੰ ਬੰਧਨਾਂ ਦਾ ਸੰਗਲ ਲੱਗ ਗਿਆ, ਉਹਨੇ ਬੰਧਨਾਂ ਦੇ ਸੰਗਲ ਨੂੰ ਤੋੜਨਾ ਗਿਆਨ ਦੇ ਤਜਰਬੇ ਨਾਲ। ਬਸ ਉਹਨੇ ਆਹ ਕੰਮ ਕਰਨਾ। ਦੋਨੇ ਗੱਲਾਂ ਤੁਸੀਂ ਪਿੱਛੇ ਸਮਝ ਗਏ ਸੀ। ਵਾਹਿਗੁਰੂ ਭਲਾ ਕਰੇ। ਹੁਣ ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੀ ਗੱਲ ਕਹੀ, ਤਾਰੇ ਜਾਤ ਸਨਾਤ ਅੰਬਰ ਭਾਲੀ ਅੰਨ, ਇਹ ਤਾਰੇ ਭਾਈ ਦਿਨ ਚੜ੍ਹਦਿਆਂ ਸਾਰ ਖਤਮ ਹੋ ਜਾਣਗੇ। ਦੀਵੇ ਅੱਗੇ ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀ ਅੰਨ। ਤੀਸਰੀ ਉਦਾਹਰਨ ਭਾਈ ਗੁਰਦਾਸ ਨੇ ਦਿੱਤੀ ਆ ਫੁੱਲਾਂ ਦੀ। ਫੁੱਲਾਂ ਦੀ ਬਾਗਾਤ, ਬਗਾਤ ਤੋਂ ਭਾਵ ਬਾੜੀ, ਬਗੀਚੀ, ਫੁੱਲਾਂ ਦੀ ਬਗੀਚੀ। ਭਾਈ ਗੁਰਦਾਸ ਜੀ ਕਹਿੰਦੇ ਫੁੱਲਾਂ ਦੀ ਬਗੀਚੀ ਲੱਗੀ ਹੋਈ ਆ ਤੇ ਉਹਨਾਂ ਫੁੱਲਾਂ ਦੇ ਵਿੱਚੋਂ ਖੁਸ਼ਬੂ ਬੜੀ ਵਧੀਆ ਆਉਂਦੀ ਆ, ਪਰ ਉਹਨਾਂ ਫੁੱਲਾਂ ਦੀ ਵੀ ਕੋਈ ਸੀਮਤ ਹੱਦ ਆ ਗਈ, ਉਹ ਲੰਬਾ ਟਾਈਮ ਨਹੀਂ ਚੱਲਦੇ। ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ। ਜਵਾਨੀ ਹੋਈ, ਫੁੱਲ ਹੋਏ, ਇਹ ਸਦਾ ਨਹੀਂ ਰਹਿੰਦੇ, ਇਹਨਾਂ ਨੇ ਢਲ ਜਾਣਾ, ਖਤਮ ਹੋ ਜਾਣਾ। ਹੁਣ ਪਾਤਸ਼ਾਹ ਜੀ ਕਹਿੰਦੇ ਇਹ ਫੁੱਲ ਨੇ ਨਾ, ਜਿਵੇਂ ਜਿਵੇਂ ਉਦਾਹਰਨ ਦਿੱਤੀ ਵੀ ਜਿਵੇਂ ਫੁੱਲ ਸੁਬਾਹ ਖਿੜੇ ਸੀ, ਸ਼ਾਮ ਤੱਕ ਬੁਝ ਗਏ। ਬੁਝਿਆ ਹੋਇਆ ਫੁੱਲ ਕਿਸੇ ਕੌਲ ਦੁਨੀਆ ਦੇ ਵਿੱਚ ਇਦਾਂ ਦੀ ਕੋਈ ਮਸ਼ੀਨ ਨਹੀਂ ਬਣੀ, ਕੁਦਰਤ ਵੱਲੋਂ ਫੁੱਲ ਦੀ ਕਲੀ ਖਿੜੀ ਆ ਤੇ ਸ਼ਾਮ ਤੱਕ ਬੁਝ ਗਈ, ਤੇ ਉਹ ਬੁਝੀ ਹੋਈ ਮੱਧਮ ਹੋਏ ਫੁੱਲ ਨੂੰ ਆਪਾਂ ਡਾਕਟਰ ਕੋਲੇ ਲੈ ਜਾਈਏ, ਵੱਡੇ ਤੋਂ ਵੱਡੇ ਕਿਸੇ ਲੈਬੋਰਟਰੀ ਮਾਸਟਰ ਕੋਲੇ ਲੈ ਜਾਈਏ, ਪਰ ਚੇਤਾ ਰੱਖਿਓ ਉਹਨੂੰ ਦੁਬਾਰੇ ਹਰਾ ਭਰਾ ਕਰਨ ਦੇ ਲਈ, ਉਹਨੂੰ ਦੁਬਾਰਾ ਸੁਗੰਧੀ ਦੇ ਵਿੱਚ ਲਿਆਉਣ ਦੇ ਲਈ ਦੁਨੀਆ ਦੇ ਵਿੱਚ ਕੋਈ ਦਵਾਈ ਨਹੀਂ ਬਣੀ, ਕੋਈ ਮਸ਼ੀਨ ਨਹੀਂ ਬਣੀਗੀ। ਆਪਾਂ ਕਹਿੰਦੇ ਵਿਗਿਆਨ ਨੇ ਤਰੱਕੀ ਬਹੁਤ ਕਰ ਲਈ, ਪਰ ਭਾਈ ਗੁਰਦਾਸ ਦੀ ਗੱਲ ਦਾ ਜਵਾਬ ਦਿਓ ਆਪਾਂ ਸਾਰੇ ਵੀ ਹੈ ਕੋਈ ਮਸ਼ੀਨ ਵੀ ਉਸੇ ਫੁੱਲ ਨੂੰ ਦੁਬਾਰਾ ਉਵੇਂ ਜਿਵੇਂ ਟੈਂਕਣ ਲਾ ਦੇ, ਉਵੇਂ ਜਿਵੇਂ ਨਾ ਉਹਨੂੰ ਸੁਗੰਧੀ ਦੇਣ ਲਾ ਦੇ। ਦੇਖੋ ਨਿਗਾਹ ਮਾਰ ਕੇ ਵੇਖੋ, ਭਾਈ ਗੁਰਦਾਸ ਜੀ ਕਹਿੰਦੇ ਮੈਨੂੰ ਜਵਾਬ ਦਿਓ ਵੀ ਮਸ਼ੀਨ ਹੈ ਕੋਈ, ਤੇ ਅਸੀਂ ਕੀ ਕਵਾਂਗੇ? ਕਿਉਂਕਿ ਤੁਸੀਂ ਤਾਂ ਸਾਰੇ ਸਿਆਣੇ ਬੈਠੇ ਹੋ ਨਾ, ਤੇ ਰੱਬ ਦੇ ਪਿਆਰਿਓ, ਗੁਰਮੁਖ ਜਾਨੋ, ਹੰਸ ਵਿਰਤੀ ਦੇ ਸਾਰੇ ਬੈਠੇ ਹੋ, ਤੇ ਤੁਸੀਂ ਜਵਾਬ ਕੀ ਦਿਓਗੇ ਵੀ ਨਹੀਂ ਭਾਈ ਇਸ ਗੱਲ ਦਾ ਜਵਾਬ ਹੈ ਨਹੀਂ, ਫੁੱਲ ਦੁਬਾਰਾ ਨਾ ਉਸੇ ਟਹਿਲਕ ਦੇ ਵਿੱਚ ਕਦੇ ਵੀ ਨਹੀਂ ਆ ਸਕਦਾ। ਦੂਜੀ ਗੱਲ ਆਪਾਂ ਆਪਣੇ ਤੇ ਲਾ ਲਓ, ਦੁਨੀਆ ਦੇ ਵਿੱਚ ਕੋਈ ਕੈਨੇਡਾ ਅਮਰੀਕਾ ਵੱਡੇ ਵੱਡੇ ਸ਼ਹਿਰ ਜਿੱਥੇ ਮਰਜ਼ੀ ਲਾ ਲਓ, ਕੋਈ ਦੁਨੀਆ ਦੇ ਵਿੱਚ ਅਜਿਹਾ ਕੋਈ ਪਾਊਡਰ, ਕੋਈ ਮਸ਼ੀਨ, ਕੋਈ ਦਵਾਈ, ਕੋਈ ਕਿਸੇ ਤਰ੍ਹਾਂ ਦਾ ਕੋਈ ਵੀ ਤਕਨੀਕੀ ਸਾਧਨ ਨਹੀਂ ਹੈ ਜਿਹੜਾ ਬੰਦੇ ਨੂੰ ਬੁਢੇਪੇ ਦੇ ਵਿੱਚੋਂ ਕੱਢ ਕੇ ਜਵਾਨੀ ਦੇ ਵਿੱਚ ਲੈ ਆਵੇ। ਨਿਗਾਹ ਮਾਰ ਕੇ ਵੇਖੋ ਵੀ ਹੁਣ ਮੇਰੇ ਤੇ ਨਾ ਬੁਢੇਪਾ ਆ ਗਿਆ ਤੇ ਮੇਰਾ ਚਿੱਤ ਨਹੀਂ ਮੰਨਦਾ ਬੁਢੇਪੇ 'ਚ ਰਹਿਣ ਨੂੰ, ਤੇ ਮੈਂ ਦੁਬਾਰਾ ਮੁੜ ਜਵਾਨੀ 'ਚ ਪ੍ਰਵੇਸ਼ ਹੋਣਾ, ਪਿੱਛੇ ਜਾਣਾਗਾ, ਤੇ ਦੁਨੀਆ ਦੇ ਵਿੱਚ ਕੋਈ ਸਾਧਨ ਨਹੀਂ ਹੈ। ਜੇ ਹੁੰਦਾ ਨਾ ਤੇ ਫਿਰ ਆ ਭਾਈ ਵੱਡੇ ਵੱਡੇ ਲੋਕ ਜਿਹੜੇ ਮਰ ਜਾਂਦੇ ਆ ਅਮੀਰ, ਤੇ ਉਹਨਾਂ ਨੇ ਕਦੇ ਮਰਨਾ ਨਹੀਂ ਸੀ, ਉਹ ਸਦਾ ਹੀ ਜਵਾਨ ਰਹਿੰਦੇ। ਬਸ ਇਹ ਗੱਲਾਂ ਗੁਰੂ ਸਾਹਿਬ ਨੇ ਸਾਨੂੰ ਸਮਝਾਈਆਂ ਨੇ। ਹੁਣ ਇੱਥੇ ਕਿਹਾਗਾ ਵੀ ਫੁੱਲਾਂ ਦੀ ਜਿਹੜੀ ਸੁਗੰਧੀ ਆ, ਫੁੱਲਾਂ ਦੀ ਜਿਹੜੀ ਕੋਮਲਤਾ, ਫੁੱਲਾਂ ਦਾ ਜਿਹੜਾ ਖਿੜਨਾ ਗਾ, ਉਹ ਸ਼ਾਮ ਤੱਕ ਢਲ ਜਾਂਦਾ ਗਾ, ਇਹਦਾ ਕੋਈ ਹੱਲ ਨਹੀਂ ਹੈ। ਤੇ ਤੂੰ ਆਪਣੇ ਹਿਰਦੇ 'ਚ ਉਹ ਫੁੱਲ ਬਾਲ ਵਾਹਿਗੁਰੂ, ਉਹ ਫੁੱਲ ਖਿੜਨ ਦੇ ਕਾਬਲ ਬਣ ਜਾਂ ਖਿੜਿਆ ਕਿਹੜਾ, ਜਿਹੜਾ ਸਦਾ ਹੀ ਖਿੜਿਆ ਰਵੇ ਤੇ ਸਦਾ ਹੀ ਉਹਦਾ ਰੰਗ ਨਾ ਚੜ੍ਹਦੀ ਕਲਾ 'ਚ ਰਹੇ। ਤੇ ਉਹ ਕਿਹੜਾ ਫੁੱਲ ਆ? ਸ਼ਬਦ ਦਾ ਫੁੱਲ, ਗਿਆਨ ਦਾ ਫੁੱਲ, ਗਿਆਨ ਦਾ ਦੀਵਾ, ਉਹ ਅੰਦਰ ਬਾਲ, ਉਹ ਕਦੇ ਢਲਦਾ ਨਹੀਂ ਹੈ। ਤੇ ਗਿਆਨ ਦੇ ਫੁੱਲ ਦੀ ਸੁਗੰਧੀ ਹੈ ਜਿਹੜੀ, ਤੇ ਉਹ ਬਾਬੇ ਨਾਨਕ ਨੇ ਦੇਖੋ ਕਿੱਥੋਂ ਕਿੱਥੋਂ ਤੱਕ ਖਿਲਾਰੀ ਆ। ਕੋਈ ਚੀਨ ਆ, ਚਾਹੇ ਬੰਗਲਾਦੇਸ਼ ਆ, ਕਿਤੇ ਆ, ਚਾਹੇ ਦੂਰ ਤੋਂ ਦੂਰ ਜਿੱਥੋਂ ਤੱਕ ਮਰਜ਼ੀ ਨਾ ਲੈ ਲਓ, ਗੁਰੂ ਸਾਹਿਬ ਉੱਥੇ ਵੀ ਪਹੁੰਚੇ ਨੇਗੇ।
ਸੋ ਵਾਹਿਗੁਰੂ ਭਲਾ ਕਰੇ। ਇੱਥੇ ਭਾਈ ਗੁਰਦਾਸ ਨੇ ਤੀਜੀ ਉਦਾਹਰਨ ਦਿੱਤੀ ਹੈ। ਤੇ ਚੌਥੀ ਉਦਾਹਰਨ ਦਿੱਤੀ ਆ ਤੀਰਥ ਜਾਤੀ ਜਾਤ। ਤੀਰਥਾਂ ਤੇ ਜਾਤੀ, ਜਾਤੀ ਮੀਨਜ਼ ਯਾਤਰੀ ਜਾਂਦੇ ਨੇ। ਤੀਰਥ ਜਾਤ ਅੱਗੇ ਕਹਿੰਦੇ ਨੇ ਕਿ ਜਾਤੀ ਜਾਤ ਨੈਣ ਨਿਹਾਲੀ ਆ ਨਾ। ਕਹਿੰਦੇ ਮੇਰੀਆਂ ਅੱਖਾਂ ਨੇ ਨਾ, ਨੈਣਾ ਨੇ ਤੀਰਥਾਂ ਤੇ ਗਏ ਹੋਏ, ਜਾਣੀ ਕਿ ਮੇਲਿਆਂ ਤੇ ਗਏ ਹੋਏ ਲੋਕਾਂ ਨੂੰ ਦੇਖਿਆ। ਬੜਾ ਇਕੱਠ ਸੀ, ਬੜੀ ਭੀੜ ਸੀ, ਅਸੀਂ ਵੀ ਵਾਗੇ। ਕਹਿੰਦੇ ਮਿਲਦਾ ਕੀ ਆ ਉੱਥੇ, ਸੁੱਖਾਂ ਪੂਰੀਆਂ ਹੁੰਦੀਆਂ ਨੇ, ਚਲੋ ਚੱਲ ਗਏ। ਉੱਥੇ ਮੁੰਡੇ ਮਿਲਦੇ ਨੇ, ਚਲੋ ਚੱਲ ਗਏ। ਉੱਥੇ ਨਾ ਬੰਦਾ ਕੇਸਾਂ ਕੂਸਾਂ ਚੋਂ ਬਰੀ ਹੋ ਜਾਂਦਾ, ਚਲੋ ਚੱਲ ਗਏ। ਪਰ ਭਾਈ ਗੁਰਦਾਸ ਜੀ ਕਹਿੰਦੇ ਗੱਲ ਧਿਆਨ 'ਚ ਰੱਖੀ, ਤੀਰਥਾਂ ਤੇ ਜਾਣ ਨਾਲ ਕਦੇ ਬਖਸ਼ਿਸ਼ਾਂ ਨਹੀਂ ਹੁੰਦੀਆਂ। ਹਾਂ ਤੂੰ ਜਾ, ਕੋਈ ਗੱਲ ਨਹੀਂ, ਤੇਰੇ ਕੋਲੇ 4 ਪੈਸੇ ਨੇ, ਬੱਚਿਆਂ ਨੂੰ ਲੈ ਕੇ ਜਾ, ਆਪ ਜਾ, ਕੋਈ ਧਾਰਮਿਕ ਸਥਾਨ, ਇਤਿਹਾਸਕ ਸਥਾਨ ਆ, ਉੱਥੋਂ ਦਾ ਸਾਰਾ ਨਮੂਨਾ ਵੇਖ ਕੇ ਆ, ਆਪ ਸਮਝ ਤੇ ਆਪਣੇ ਬੱਚਿਆਂ ਨੂੰ ਸਮਝਾ। ਆ ਤਾਂ ਲਾਜ਼ਮੀ ਕੰਮ ਆ। ਪਰ ਜਿਹੜਾ ਮੈਸੇਜ, ਜਿਹੜਾ ਸੁਨੇਹਾ ਇੱਥੇ ਦਿੱਤਾ, ਤੀਰਥ ਜਾਤੀ ਜਾਤ ਨੈਣ ਨਿਹਾਲੀ ਹਨ, ਇਹਦਾ ਮਤਲਬ ਕੀ ਬਣ ਗਿਆ? ਮਤਲਬ ਇਹ ਬਣ ਗਿਆ ਵੀ ਤੀਰਥਾਂ ਤੇ ਰੌਣਕ ਲੋਕਾਂ ਦੇ ਜਾਣ ਕਰਕੇ ਹੁੰਦੀ ਆ, ਤੇ ਜਦੋਂ ਲੋਕ ਮੁੜ ਆਉਣ ਫਿਰ ਉਹੀ ਥਾਂ, ਉਹੀ ਤੀਰਥ ਬੇਰੌਣਕਾ ਹੋ ਜਾਂਦਾ, ਰੌਣਕ ਨਹੀਂ ਰਹਿੰਦੀ ਗੀ। ਫਿਰ ਤਾਂ ਕਾਗਜ਼ ਪੱਤਰ ਇਦਾਂ ਦਾ ਸਮਾਨ ਹੀ ਮਿਲਦਾ ਗਾ, ਮਿਲਦਾ ਨਾ, ਬੇਰੌਣਕਾਂ ਭਾਂ ਜਗ੍ਹਾ ਕਰਨ ਲੱਗ ਗਈ। ਬੇਰੌਣਕੇ ਦੀ ਗੱਲ ਕੀਤੀ ਹੈ ਨਾ। ਪਰ ਹੁਣ ਪਾਤਸ਼ਾਹ ਜੀ ਕਹਿੰਦੇ ਪੁੱਤ ਮੈਂ ਤੇਰੇ ਜੀਵਨ ਨੂੰ ਨਾ ਬੇਰੌਣਕਾ ਨਹੀਂ ਕਰਨਾ ਚਾਹੁੰਦਾ। ਗੱਲ ਤਾਂ ਐਂਡ ਤੇ ਆਪਣੇ ਤੇ ਆਉਂਦੀ ਆ, ਚਾਹੇ ਉਹ ਦੀਵਾ ਬਾਲਣ ਦੀ ਸੀ, ਅੰਦਰ ਗਿਆਨ ਦਾ ਦੀਵਾ ਬਾਲ, ਚਾਹੇ ਉਹ ਗੱਲ ਤਾਰਿਆਂ ਦੀ ਸੀ, ਆਪਣੇ ਅੰਦਰ ਸੱਚਮੁੱਚ ਤਾਰਾ ਪੈਦਾ ਕਰ, ਉਹ ਤਾਰਾ ਪੈਦਾ ਕਰ, ਤੂੰ ਧਰੂ ਭਗਤ ਵਾਂਗੂ ਚਮਕੇ, ਆਪਣੇ ਅੰਦਰ ਸੁਗੰਧੀ ਪੈਦਾ ਕਰ, ਉਹ ਸੁਗੰਧੀ ਪੈਦਾ ਕਰ ਜਿਹੜੀ ਸੁਗੰਧੀ ਪ੍ਰਾਪਤ ਕਰਨ ਦੇ ਲਈ ਲੋਕ ਤੈਨੂੰ ਮਿਲਣ ਦੀ ਚਾਹਤ ਰੱਖਣ। ਉਹ ਬਾਬੇ ਨਾਨਕ ਵਾਲੀ ਸੁਗੰਧੀ ਨਾ, ਬਾਬੇ ਨਾਨਕ ਨੂੰ ਮਿਲਣ ਨੂੰ ਹਰੇਕ ਦੀ ਚਾਹਤ ਹੁੰਦੀ ਸੀ ਨਾ, ਚਾਹਤ ਰੱਖਣ। ਫਿਰ ਅਗਲੀ ਜਿਹੜੀ ਚੌਥੀ ਉਦਾਹਰਨ ਆ ਉਹ ਤੀਰਥ ਜਾਤੀ ਤੇ ਆ। ਹੁਣ ਤੀਰਥ ਤੇ ਤੂੰ ਗਿਆ ਸੀ ਤੇ ਪਰ ਉੱਥੇ ਜਾਣ ਕਰਕੇ ਤਾਂ ਰੌਣਕ ਸੀ, ਜਦੋਂ ਸਭ ਲੋਕ ਵਾਪਸ ਆ ਗਏ ਨਾ ਫਿਰ ਬੇਰੌਣਕਾ ਮਾਹੌਲ ਬਣ ਗਿਆ। ਫਾਇਦਾ ਕੀ ਨਿਕਲਿਆ? ਨਿਗਾਹ ਮਾਰ ਕੇ ਵੇਖ, ਪ੍ਰਾਪਤ ਕੀ ਹੋਇਆ? ਨਿਗਾਹ ਮਾਰ ਕੇ ਵੇਖ। ਇਵੇਂ ਜਿਵੇਂ ਸਾਡਾ ਜੀਵਨ ਆ, ਸਾਡਾ ਸਰੀਰ ਦਾ ਅੰਦਰਲਾ ਪਾਰਟ ਇੱਕ ਤੀਰਥ ਵਰਗਾ, ਜਿਹਦੇ ਵਿੱਚ ਅਸੀਂ ਕਾਫੀ ਮੇਲ ਜੋਲ ਕਰਵਾ ਦਿੰਦੇ ਆਂਗੇ, ਵਿਸ਼ੇ ਵਿਕਾਰਾਂ ਦੇ, ਹੋਰ ਗੁਣਾਂ ਦੇ, ਅਵਗੁਣਾਂ ਦੇ ਮੇਲ ਮਿਲਾਪ ਹੋ ਜਾਂਦੇ ਨਾ, ਇੱਕ ਰੌਣਕ ਜੀ ਲੱਗ ਜਾਂਦੀ ਆ। ਪਰ ਜਦੋਂ ਉਹ ਸਾਰੇ ਗੁਣ ਅਵਗੁਣ ਪਾਸੇ ਹੋ ਜਾਣ, ਖਾਲੀ ਹੋਏ ਜਗ੍ਹਾ, ਫਿਰ ਬੇਰੌਣਕਾ ਹੋ ਜਾਂਦਾ। ਕਈ ਵਾਰ ਤਾਂ ਸਾਨੂੰ ਕੋਈ ਪੁੱਛ ਹੀ ਲੈਂਦਾ ਕਿਵੇਂ ਉਦਾਸ ਜਿਹਾ ਲੱਗਦਾਗਾ, ਕਿ ਅੰਦਰ ਦੀ ਬੇਰੌਣਕੀ ਬਾਹਰ ਚਿਹਰੇ ਤੇ ਵੀ ਆ ਜਾਂਦੀ ਆ, ਤੇ ਚਿਹਰਾ ਲੋਕਾਂ ਨੂੰ ਦੱਸਣ ਲੱਗ ਜਾਂਦਾ ਵੀ ਅੱਜ ਇਹਦਾ ਚਿੱਤ ਡਾਊਨ ਆ, ਮੂਡ ਨਹੀਂ ਵਧੀਆ ਹੈ। ਭਾਈ ਗੁਰਦਾਸ ਨੇ ਆਹ ਸੁਨੇਹਾ ਦਿੱਤਾ ਵੀ ਅੰਦਰ ਤੋਂ ਭਾਵ ਇਹ ਦੇਖ ਵੀ ਤੇਰੇ ਅੰਦਰ ਰੌਣਕ ਹੈਗੀ ਆ ਜਾਂ ਹੈ ਹੀ ਨਹੀਂ ਗੀ। ਜੇ ਹੈ ਹੀ ਨਹੀਂ ਗੀ ਤਾਂ ਉਹ ਰੌਣਕ ਨਾ ਹੋਣ ਦਾ ਜਿਹੜਾ ਵਿਸ਼ਾ ਗਾ ਉਹ ਤੇਰੇ ਮੂੰਹ ਤੋਂ ਹੀ ਪਤਾ ਲੱਗਣ ਲੱਗ ਗਿਆ ਵੀ ਅੱਜ ਕੋਈ ਗੱਲਬਾਤ ਹੈਗੀ ਆ। ਤੇ ਜੇ ਹੁਣ ਬਾਬੇ ਨਾਨਕ ਦੀ ਬਖਸ਼ਿਸ਼ ਆ, ਕਿਰਪਾ, ਗੁਰੂ ਨਾਨਕ, ਇੱਕ ਗੱਲ ਧਿਆਨ 'ਚ ਰੱਖਿਓ, ਗੁਰੂ ਨਾਨਕ ਸਾਹਿਬ ਦੀ ਕੋਸ਼ਿਸ਼ ਕਰਿਓ ਵੀ ਪੂਰੀ ਹਿਸਟਰੀ ਪੜ੍ਹੋ। ਕੋਈ ਬਹੁਤਾ ਟਾਈਮ ਨਹੀਂ, ਸ਼ਾਇਦ ਜੇ ਆਪਾਂ ਪੜ੍ਹਨ ਲੱਗ ਜਾਈਏ ਨਾ 4-5 ਘੰਟਿਆਂ ਦੇ ਵਿੱਚ ਪੂਰੀ ਹਿਸਟਰੀ ਆਪਾਂ ਗੁਰੂ ਨਾਨਕ ਸਾਹਿਬ ਦੀ ਪੜ੍ਹ ਸਕਦੇ ਹਾਂ। ਤੇ ਗੁਰੂ ਨਾਨਕ ਸਾਹਿਬ ਪੂਰੀ ਜ਼ਿੰਦਗੀ ਦੇ ਦੌਰਾਨ ਕਦੇ ਵੀ ਉਦਾਸ ਨਹੀਂ ਹੋਏ। ਦੇਖੋ ਖਾਸ ਗੱਲ ਆ ਗੁਰੂ ਨਾਨਕ ਸਾਹਿਬ ਦੇ ਵਿੱਚ, ਇਹ ਨਾ ਤਾਂ ਉਹ ਬਾਬਰ ਦੀ ਕੈਦ ਵਿੱਚ ਉਦਾਸ ਹੋਏ ਨੇ, ਨਾ ਉਹ ਕਿਸੇ ਜੋਗੀ ਤੋਂ ਡਰ ਕੇ ਜੋਗੀ ਕੋਲੇ ਜਾਣ ਤੋਂ ਪਹਿਲਾਂ ਸਵਾਲ ਕਰਨ ਜਾਂ ਸੁਣਨ ਤੇ ਉਦਾਸ ਨਹੀਂ ਹੋਏ। ਨਾ ਉਹ ਸਿੱਧਾਂ ਕੋਲੇ, ਸਿੱਧ ਨਾ ਆਮ ਲੋਕ ਨਹੀਂ ਸੀ, ਅੱਜ ਦੇ ਵਿਦਵਾਨਾਂ ਨਾਲੋਂ, ਵਿਗਿਆਨੀਆਂ ਨਾਲੋਂ ਸਿੱਧ ਤਕੜੇ ਸੀ।
ਅੱਜ ਦੇ ਵਿਗਿਆਨੀ ਨਾਲੋਂ। ਉਹਨਾਂ 'ਚ ਕਲਾ ਸੀਗੀ, ਪਰ ਉਹ ਕਲਾ ਨੂੰ ਯੂਜ਼ ਗਲਤ ਕਰਦੇ ਸੀ, ਮਤਲਬ ਵਰਤਦੇ ਗਲਤ ਸੀ। ਤਾਕਤ ਤਾਂ ਸੀਗੀ ਨਾ, ਤਾਕਤ ਤਾਂ ਹੁਣ ਕੰਧਾਂ ਟੱਪਣ ਤੇ ਲਾਤੀ। ਇਹ ਤਾਕਤ ਨੂੰ ਕੀ ਗੋਲੀ ਮਾਰਨੀ ਆ? ਜੇ ਤਾਕਤ ਹੈ, ਖੇਤ ਜਾ, ਕੰਮ ਕਰ, ਆਪਣੀ ਤਾਕਤ ਵਰਤ, ਫਿਰ ਸ਼ਾਬਾਸ਼ੇ ਦੇ ਪਾਤਰ ਆ ਤੂੰ। ਤਾਕਤ ਨੂੰ ਨਾ ਗਲਤ ਨਹੀਂ ਇਸਤੇਮਾਲ ਕਰਨਾ, ਇਹਨੂੰ ਚੰਗੇ ਪਾਸੇ ਲਾਉਣਾ, ਫਿਰ ਤਾਂ ਸ਼ਾਬਾਸ਼ੇ ਦੇ ਪਾਤਰ ਆ ਭਾਈ। ਹੁਣ ਇਵੇਂ ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਵਿੱਚ ਨਾ ਤਾਕਤ ਸੀ, ਪਰ ਉਹ ਤਾਕਤ ਨੂੰ ਸਹੀ ਪਾਸੇ ਵਰਤਦੇ ਸੀ। ਪਰ ਜਿਹੜੀ ਸਿੱਧਾਂ 'ਚ ਤਾਕਤ ਸੀ, ਉਹ ਵਰਤਦੇ ਸੀ, ਕਿਸੇ ਨੂੰ ਰੇਡਾ ਕਰਤਾ, ਕਿਸੇ ਨੂੰ ਵਿੰਗਾ ਕਰਤਾ। ਜਿਵੇਂ ਬੰਦਾ ਸਿੰਘ ਬਹਾਦਰ ਮਾਧੋ ਦਾਸ ਦੇ ਰੂਪ ਵਿੱਚ ਕਦੇ ਕਿਸੇ ਨੂੰ ਚਿਹੜ ਕਰ ਲਈ, ਕਦੇ ਮਸਕਰੀ ਕਰਤੀ, ਕਦੇ ਜਾਂਦੇ ਨੂੰ ਧੱਕਾ ਦੇ ਕੇ ਸੁੱਟਤਾ, ਮੁੜ ਕੇ ਹੱਸੀ ਜਾਣਾ। ਤੇ 10ਵੇਂ ਪਾਤਸ਼ਾਹ ਨੇ ਜਾ ਕੇ ਸਮਝਾਇਆ, ਤੁਹਾਡੀਆਂ ਗੱਲਾਂ ਗਲਤ ਨੇਗੀਆਂ, ਇਹ ਗਲਤ ਆ ਨਾ। ਤੇ ਫਿਰ 10ਵੇਂ ਪਾਤਸ਼ਾਹ ਤੇ ਉਹਨਾਂ ਦਾ ਚੱਕਰ ਵੀ ਨਹੀਂ ਚੱਲਿਆਗਾ। ਫਿਰ ਉੱਥੇ ਬਖਸ਼ਿਸ਼ ਹੋ ਗਈ ਸੀ ਬੰਦਾ ਸਿੰਘ ਬਹਾਦਰ ਤੇ। ਬੰਦਾ ਸਿੰਘ ਬਹਾਦਰ ਦਾ ਨਾਮ ਤਾਂ ਬਾਅਦ ਚ ਪਿਆ, ਪਹਿਲਾਂ ਤਾਂ ਮਾਧੋ ਦਾਸ ਵੈਰਾਗੀ ਸੀ ਨਾ, ਉੱਥੋਂ ਆਪਣਾ ਸਾਧ ਆਪਣਾ ਛੱਡ ਗਿਆ ਸੀ ਇਹ, ਉਹ ਊਂ ਤੁਰੇ ਫਿਰਦੇ ਧੱਕੇ ਖਾਂਦੇ। ਇੱਧਰ ਕੀ ਹੈਗਾ? ਚਲੋ, ਕਹਿਣ ਤੋਂ ਭਾਵ ਜਿਹੜੀ ਆਪਾਂ ਇੱਥੇ ਮੈਸੇਜ ਗੁਰੂ ਸਾਹਿਬ ਨੇ ਦਿੱਤਾ ਹੈਗਾ, ਪਾਤਸ਼ਾਹ ਜੀ ਕਹਿੰਦੇ ਦਰਅਸਲ ਕਹਾਣੀ ਇਹ ਆ ਵੀ ਤੂੰ ਜ਼ਿੰਦਗੀ 'ਚ ਉਦਾਸ ਨਾ ਹੋਵੇਂ ਤਾਂ ਕਦੇ ਤੇਰਾ ਜੀਵਨ ਬੇਰੌਣਕਾ। ਮੇਲਾ ਵਿਜੜੇ ਤੋਂ ਬਾਅਦ ਹੁੰਦੀ ਹੈ ਨਾ ਜਿਹੜੀ ਬੇਰੌਣਕੀ, ਉਹ ਕਦੇ ਤੇਰੀ ਜ਼ਿੰਦਗੀ 'ਚ ਆਉਂਦੀ ਨਹੀਂ। ਕਿਉਂ ਨਹੀਂ ਆਉਂਦੀ, ਕਦੋਂ ਨਹੀਂ ਆਉਂਦੀ? ਸ਼ਬਦ ਨੂੰ ਹਿਰਦੇ 'ਚ ਧਰਨ ਦੇ ਨਾਲ, ਸ਼ਬਦ ਦੀ ਵਿਚਾਰ ਸੁਣਨ ਦੇ ਨਾਲ, ਸ਼ਬਦ ਮੁਤਾਬਕ ਜ਼ਿੰਦਗੀ ਜਿਉਣ ਦੇ ਨਾਲ। ਗੁਰੂ ਸਾਹਿਬ ਕਹਿੰਦੇ ਗਰੰਟੀ ਆ, ਸਭ ਤੋਂ ਵਧੀਆ ਦਵਾਈ ਆ, ਕਦੇ ਤੂੰ ਉਦਾਸ ਨਹੀਂ ਹੋਵੇਂਗਾ। ਸੋਚ ਕੇ ਦੇਖੋ, ਥੋੜਾ ਜਿਹਾ ਇੱਕ ਨਮੂਨਾ ਬਣਾਓ ਆਪਾਂ ਸੁਰਤ 'ਚ। ਮਾਤਾ ਗੁਜਰ ਕੌਰ ਦੀ ਚੜ੍ਹਦੀ ਜਵਾਨੀ ਆ, ਜਵਾਨੀ ਆ, ਪੁੱਤ 9 ਸਾਲ ਦਾ ਹੀ ਆ ਤੇ 13 ਸਾਲ ਦੀ ਦਾ ਵਿਆਹ ਹੋਇਆ ਸੀਗਾ। ਅੰਦਾਜ਼ਾ ਆਪ ਹੀ ਲਾ ਲਓ, ਆਪਾਂ ਕੈਲਕੂਲੇਸ਼ਨ ਕਰ ਲਓ ਵੀ ਕਿੰਨੀ ਕੁ ਉਮਰ ਹੋਊ ਮਾਤਾ ਦੀ। ਠੀਕ ਹੈ ਨਾ? ਹੁਣ ਅੰਦਾਜ਼ਾ ਲਾਓ ਵੀ ਮਾਤਾ ਗੁਜਰ ਕੌਰ ਜਵਾਨੀ 'ਚ ਆ ਤੇ ਪਤੀ ਕਿਸੇ ਦੇ ਪਰਿਵਾਰਾਂ ਦੀ ਰਾਖੀ ਕਰਨ ਦੇ ਲਈ, ਭਾਵੇਂ ਉਹ ਚਲੋ ਕੋਈ ਵੀ ਸੀ, ਇੱਥੇ ਆਪਾਂ ਪੰਡਤਾਂ ਦੇ ਨਾਲੇ ਗੱਲ ਸਾਰੀ ਸਹਿਮਤ ਆਉਂਦੀ ਹੈ ਕਿ ਗੱਲ ਉੱਥੇ ਜਾਂਦੀ ਆ। ਚਲੋ ਆਪਾਂ ਸਾਰਿਆਂ ਦੀ ਗੱਲ ਹੀ ਕਰ ਲਓ ਵੀ ਸਾਰਿਆਂ ਨੂੰ ਖਤਰਾ ਸੀ ਭਾਈ, ਸਾਰਿਆਂ ਦੀ ਖਤਰੇ ਤੋਂ ਛੁਟਕਾਰਾ ਪਾਉਣ ਦੇ ਲਈ ਸਲਾਹ ਤਾਂ ਮਾਤਾ ਗੁਜਰ ਨਾਲ ਕੀਤੀ ਹੋਣੀ ਹੈ ਨਾ। ਚਾਹੇ ਇਤਿਹਾਸ ਨੇ ਉਹ ਗੱਲ ਨਹੀਂ ਲਿਖੀ, ਉਹ ਇਤਿਹਾਸ ਨੇ ਪਰਦੇ 'ਚ ਰੱਖੀ ਹੈ ਗੱਲ। ਸਲਾਹ ਤਾਂ ਮਾਤਾ ਗੁਜਰ ਨਾਲ ਕੀਤੀ ਹੋਣੀ ਆ ਵੀ ਗੁਜਰੀ ਆਹ ਤਕਲੀਫ ਹੈ ਇਹਨਾਂ ਵਿਚਾਰਿਆਂ ਨੂੰ। ਇਹ ਤਕਲੀਫ ਦੀ ਜਿਹੜੀ ਦਵਾਈ ਆ ਨਾ, ਦਵਾਈ ਇਹੀ ਆ ਵੀ ਜਾਂ ਤਾਂ ਅਸੀਂ ਸ਼ਹੀਦ ਹੋਵਾਂਗੇ, ਜੇ ਨਹੀਂ ਸ਼ਹੀਦ ਹੋਵਾਂਗੇ ਤਾਂ ਅਸੀਂ ਜਾਵਾਂਗੇ ਉੱਥੇ ਵਿਚਾਰਾਂ ਕਰਾਂਗੇ। ਵਿਚਾਰਾਂ ਦੇ ਤਹਿਤ ਜਿੱਤ ਤਾਂ ਸਾਡੀ ਹੋ ਜੂ, ਹੋ ਸਕਦਾ ਜੇਲ੍ਹ ਹੋ ਜੇ, ਕੋਈ 10-15 ਸਾਲਾਂ ਦੀ 20 ਸਾਲਾਂ ਦੀ ਜੇਲ੍ਹ ਹੋ ਜੇ। ਕਿਵੇਂ ਹੋਣਾ ਚਾਹੀਦਾ ਹੁਣ? ਤੇ ਹੁਣ ਚੇਤਾ ਰੱਖਿਓ, ਜੇ ਤਾਂ ਉਥੋਂ ਦਾ ਸੀਨ ਆਪਾਂ ਆਪਣੇ ਘਰ ਚ ਲੈ ਕੇ ਆਈਏ, ਫਿਰ ਤਾਂ ਜਵਾਬ ਸੀ ਰਹਿਣ ਦੇ, ਨਿਆਣੇ ਨੇ ਰਹਿਣ ਦੇ, ਬੱਚੇ ਨਿਆਣੇ ਆ ਨਾ, ਪਰਿਵਾਰ ਛੱਡ ਕੇ ਕਿੱਧਰ ਜਾਏਗਾ ਤੂੰ? ਪੁੱਠੇ ਕੰਮਾਂ 'ਚ ਪੈ ਗਿਆ, ਰਹਿ ਚੁੱਪ ਕਰਕੇ ਬਹਿ ਜਾ, ਟਿਕ ਜਾ, ਤੇਰੇ ਬਿਨਾਂ ਕੋਈ ਜੱਗ ਜਹਾਨ ਨਹੀਂ ਖੜਾਗਾ। ਪਰ ਮਾਤਾ ਗੁਜਰੀ ਨੇ ਪਿਆਰ ਨਾਲ, ਬੜੇ ਠਰਮੇ ਦੇ ਨਾਲ ਹੱਥ ਜੋੜ ਕੇ ਕਿਹਾ, ਕੀ ਕਿਹਾਗਾ? ਕਹਿੰਦੀ ਪਤੀ ਦੇਵ, ਜੇ ਤੁਹਾਡੇ ਜਾਣ ਕਰਕੇ, ਤੁਹਾਡੀ ਚਰਚਾ ਹੋਣ ਕਰਕੇ ਤੁਹਾਨੂੰ ਸ਼ਹੀਦ ਹੋਣਾ ਪੈ ਜੇ, ਸ਼ਹੀਦੀ ਦੇਣ ਕਰਕੇ ਕਿਸੇ ਦੀ ਇੱਜ਼ਤ ਬਚ ਜੇ ਤੇ ਕਿਸੇ ਦੀ ਜਾਨ ਬਚ ਜੇ, ਤਾਂ ਮੈਂ ਤਾਂ ਇਦੋਂ ਵੱਡਾ ਕਰਮ ਕੋਈ ਸਮਝਦੀ ਨਹੀਂ। ਮੈਂ ਸਮਝੂਗੀ ਆਪਣੇ ਕਰਮ ਹੀ ਬੜੇ ਚੰਗੇ ਨੇ, ਜਾ ਤੂੰ। ਇਹ ਗੱਲ ਕਹਿੰਦੇ ਵੀ ਜਾ ਤੂੰ, ਪਰ ਉਦਾਸ ਨਹੀਂ ਹੋਈ। ਕਿਉਂ? ਕਿਉਂਕਿ ਹਿਰਦੇ 'ਚ ਸ਼ਬਦ ਆ, ਹਿਰਦੇ 'ਚ ਵਿਚਾਰ ਆ, ਹਿਰਦੇ 'ਚ ਗੁਰੂ ਦੀ ਬਾਣੀ ਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਹਿਰਦੇ 'ਚ ਟਿਕਿਆ ਹੋਇਆ ਕੁਛ ਹੈ ਨਾ। ਤੇ ਨਾ ਹੀ ਮਾਤਾ ਗੁਜਰ ਕੌਰ 108 ਫੁੱਟ ਦੀ ਉੱਚੀ ਇਮਾਰਤ ਤੇ ਡੋਲੀ ਆ, ਉੱਥੇ ਵੀ ਉਦਾਸੀ ਨਹੀਂ ਹੈ।
ਉੱਥੇ ਵੀ ਉਦਾਸੀ ਨਹੀਂ ਨਾ, ਤੁਸੀਂ ਸਾਰਾ ਇਤਿਹਾਸ ਸੁਣਿਆ। ਉੱਥੇ ਵੀ ਆਪਣੇ ਬੱਚਿਆਂ ਨੂੰ ਕਹਿੰਦੇ ਪੋਤਿਓ ਲਿਆ ਤੁਹਾਨੂੰ ਮੈਂ ਨਾ ਅੱਗ ਦਾ ਛੇਕ ਦੇ ਦਾਂ ਥੋੜਾ ਥੋੜਾ। ਫਤਿਹ ਸਿੰਘ ਬੋਲ ਪਿਆ, ਕਹਿੰਦਾ ਦਾਦੀ ਮਾਂ ਝੇਡਾਂ ਕਰੀ ਜਾਂਦੀ ਹੈ, ਕਿਹੜੀ ਅੱਗ ਆ ਤੇਰੇ ਕੋਲੇ, ਕਿਹੜੀਆਂ ਲੱਕੜਾਂ ਨੇ ਸਾਨੂੰ ਛਕਿਆ ਦੇਂਗੀ ਇੱਥੇ। ਉਹ ਕਹਿੰਦੀ ਨਹੀਂ, ਅੱਜ ਦੁਨਿਆਵੀ ਲੱਕੜਾਂ ਦੀ ਅੱਗ ਨਹੀਂ ਸੇਕਣੀ, ਅੱਜ ਮੈਂ ਨਾ ਭੱਜ ਕੇ ਜਾ ਕੇ, ਜਾਣੀ ਕਿ ਆਪਾਂ ਇਹ ਥੋੜੀ ਜਿਹੀ ਅਲੱਗ ਸੀਨ ਬਣਾ ਲਿਆ, ਮੈਂ ਨਾ ਅੱਜ ਪੁੱਤ ਭੱਜ ਕੇ ਜਾ ਕੇ ਨਾ ਇੱਥੋਂ ਲਾਹੌਰੋਂ ਅੱਗ ਚੱਕ ਕੇ ਲਿਆਉਣੀ ਆ। ਤੁਸੀਂ ਹੁਣ ਸਮਝ ਗਏ ਹੋਵੋਗੇ ਵੀ ਲਾਹੌਰ ਕੀ ਹੋਇਆਗਾ। ਮੈਂ ਭੱਜ ਕੇ ਜਾਨੀ ਆ, ਫਤਿਹਗੜ੍ਹ ਬੈਠੇ ਨੇ, ਮੈਂ ਲਾਹੌਰ ਜਾਨੀ ਆ ਤੇ ਲਾਹੌਰ ਤੋਂ ਨਾ ਭੱਜ ਕੇ ਜਾ ਕੇ ਅੱਗ ਲੈ ਕੇ ਆਉਣੀ ਆ ਤੇ ਤੁਹਾਨੂੰ ਮੈਂ ਉਹ ਅੱਗ ਦਾ ਛੇਕ ਦੇਵਾਂਗੀ, ਤੁਸੀਂ ਬਲਵਾਨ ਹੋ ਜਾਓਗੇ, ਤੁਹਾਨੂੰ ਥੋੜਾ ਬਹੁਤਾ ਨਾ ਠਰਮਾ ਮਿਲੂ, એનર્ਜੀ ਮਿਲੂਗੀ, ਠੰਡ ਦੇ ਵਿੱਚੋਂ ਤੁਹਾਨੂੰ ਰਾਹਤ ਮਿਲੂਗੀ। ਤੇ ਬਾਬਾ ਜੋਰਾਵਰ ਸਿੰਘ ਸਮਝ ਗਏ, ਕਹਿੰਦੇ ਮਾਤਾ ਚੱਲ ਫਿਰ ਕਰ ਕਿਰਪਾ, ਹਨਾ ਛਕਿਆ ਅੱਗ। ਤੇ ਫਿਰ ਅੱਗ ਕਿਹੜੀ ਸਕਾਈ ਆ, ਪੁੱਤ ਦੇਖੋ ਤੁਹਾਡੇ ਨਾ ਦਾਦਾ ਜੀ ਦੇ ਦਾਦਾ ਜੀ, ਇਸ਼ਾਰਾ ਕੀ ਕੀਤਾ, ਤੁਹਾਡੇ ਦਾਦਾ ਜੀ ਦੇ ਦਾਦਾ ਜੀ ਗੁਰੂ ਅਰਜਨ ਸਾਹਿਬ ਮਹਾਰਾਜ। ਗੁਰੂ ਅਰਜਨ ਸਾਹਿਬ ਮਹਾਰਾਜ ਦਾ ਪੁੱਤ ਕੌਣ ਆ, ਗੁਰੂ ਹਰਗੋਬਿੰਦ। ਗੁਰੂ ਹਰਗੋਬਿੰਦ ਦਾ ਪੁੱਤ ਕੌਣ ਹੈਗਾ, ਗੁਰੂ ਤੇਗ ਬਹਾਦਰ। ਤੇ ਗੁਰੂ ਤੇਗ ਬਹਾਦਰ ਛੋਟੇ ਸਾਹਿਬਜ਼ਾਦਿਆਂ ਦਾ ਦਾਦਾ ਲੱਗਦਾ। ਤੁਹਾਡੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਦਾ ਦਾਦਾ, ਤੁਹਾਡੇ ਦਾਦੇ ਦਾ ਦਾਦਾ। ਲਾਹੌਰ ਦੇ ਵਿੱਚ ਨਾ ਜ਼ਾਲਮ ਸਰਕਾਰਾਂ ਨੇ ਸ਼ਹੀਦ ਕਰਤਾ ਸੀ, ਪਰ ਡੋਲਿਆ ਨਹੀਂ, ਡੋਲਿਆ ਨਹੀਂ ਹੈਗਾ ਉਹ। ਤੇ ਤੁਸੀਂ ਪੁੱਤ ਡੋਲਿਓ ਨਾ, ਆ ਅੱਗ ਦਾ ਸੇਕ ਦੇਣਾ ਸ਼ੁਰੂ ਕਰਤਾ, ਜਾਣੀ ਕਿ ਅੰਦਰ ਸ਼ਬਦ ਟਿਕਾਉਣਾ ਸ਼ੁਰੂ ਕਰਤਾ। ਰਾਤੇ ਰਾਤ ਨੇ ਉਹਨੇ ਬਲਵਾਨ ਬਣਾਤੇ ਪੂਰੇ ਜ਼ਬਰਦਸਤ। ਤੇ ਜੋ ਕਹਾਣੀ ਕਚਹਿਰੀ 'ਚ ਵਾਪਰਦੀ ਆ ਉਹ ਤੁਸੀਂ ਸਾਰੇ ਜਾਣਦੇ ਹੋ, ਸਮਝ ਗਏ ਨਾ। ਫਿਰ ਆਓ ਕਹਿੰਦੇ ਚਲੋ ਫਿਰ ਆਪਾਂ ਦਿੱਲੀਓਂ ਅੱਗ ਲੈ ਕੇ ਆਈਏ, ਭੱਜ ਕੇ ਚੱਲ ਗਏ। ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ ਤੇ ਤੁਹਾਡੇ ਦਾਦਾ ਜੀ, ਉਹਨਾਂ ਤੋਂ ਅੱਗ ਲੈ ਕੇ ਆਈਏ। ਫਿਰ ਉਹਨਾਂ ਦਾ ਇਤਿਹਾਸ ਸੁਣਾਇਆ, ਉਹਨਾਂ ਦਾ ਇਤਿਹਾਸ ਸੁਣਾਇਆ ਨਾ। ਇਉਂ ਮਾਤਾ ਗੁਜਰ ਕੌਰ ਨੇ ਗੁਰਬਾਣੀ ਤੇ ਗੁਰ ਇਤਿਹਾਸ ਆਪਣੇ ਪੁੱਤਾਂ ਦੇ ਹਿਰਦੇ 'ਚ ਧਰਤਾ, ਨਾਲੇ ਆਪਣੇ ਹਿਰਦੇ 'ਚ ਧਰ ਲਿਆ। ਤੇ ਉਦਾਸ ਨਹੀਂ ਹੋਏ, ਬੇਰੌਣਕਾ ਜੀਵਨ ਨਹੀਂ ਬਣਿਆ, ਚਿਹਰੇ ਤੇ ਸ਼ਹੀਦੀਆਂ ਪਾਉਣ ਤੱਕ ਰੌਣਕ ਰਹੀ। ਆਹ ਗੱਲ ਇੱਥੇ ਭਾਈ ਗੁਰਦਾਸ ਨੇ ਕਹੀ ਆ, ਦੀਵਾਲੀ ਨੂੰ ਦੀਵੇ ਬਾਲ ਕੇ ਰੌਣਕਾਂ ਨਹੀਂ ਆਉਣੀਆਂ, ਖੁਸ਼ੀਆਂ। ਤੇ ਖੁਸ਼ੀਆਂ ਤਾਂ ਅੰਦਰ ਸ਼ਬਦ ਧਰਨ ਨਾਲ ਆਉਣੀਆਂ ਨੇ। ਹਾਂ ਉਹ ਦੀਵੇ ਲਾਉਣੇ ਕੋਈ ਮਾੜੇ ਨਹੀਂ, ਲਾਓ ਜੀ ਸਦਕੇ ਲਾਓ, ਅੱਜ ਤਾਂ ਡਿਜੀਟਲ ਸਿਸਟਮ ਆਗਾ। ਪਰ ਉਹ ਦੀਵਿਆਂ ਦਾ ਕਾਰਨ ਵਜ੍ਹਾ ਕੀ ਸੀ, ਅਖੰਡ ਪਾਠ ਤੋਂ ਪਹਿਲਾਂ ਆਪਾਂ ਵਿਚਾਰ ਸੁਣੀ ਸੀ ਵੀ ਉਹ ਦੀਵੇ ਇੱਕ ਮੌਸਮੀ ਤਿਉਹਾਰ ਸੀ, ਕੋਈ ਗੁਨਾਹ ਨਹੀਂ, ਲਾ ਲਓ। ਗੁਰਬਾਣੀ ਇੰਨੀ ਵੀ ਨਹੀਂ ਮਾੜੀ ਵੀ ਤੁਹਾਨੂੰ ਜਮੇ ਬਿਲਕੁਲ ਖਤਮ ਕਰ ਦੂ, ਕੱਟ ਦੂ, ਲਾਓ। ਪਰ ਥੋੜਾ ਜਿਹਾ ਮਤਲਬ ਜ਼ਰੂਰ ਦੇਖੋ, ਅੱਜ ਦੀਵਾ ਕਿਉਂ ਬਲਦਾ ਤੇ ਉਦੋਂ ਦੀਵਾ ਕਿਉਂ ਬਲਿਆ ਸੀ, ਇੰਨਾ ਜ਼ਰੂਰ ਦੇਖਣਾ। ਇੰਨਾ ਕੁ ਤਾਂ ਦੇਖਣਾ ਹੀ ਪੈਣਾ ਨਾ, ਅੱਜ ਕਿਉਂ ਉਦੋਂ ਕਿਉਂ, ਠੀਕ ਹੈ ਨਾ। ਫਿਰ ਇੱਥੇ ਕਹਿੰਦੇ ਨੇ ਤੀਰਥ ਜਾਤੀ ਜਾਤ ਨੈਣ ਨਿਹਾਲੀ ਅਨ, ਤੀਰਥਾਂ ਤੇ ਬੜਾ ਇਕੱਠ ਹੋਇਆ ਸੀ, ਰੌਣਕ ਬੜੀ ਸੀ, ਪਰ ਥੋੜ ਚਿਰ ਹੀ ਰੌਣਕ ਸੀ, ਕੁਝ ਟਾਈਮ ਬਾਅਦ ਰੌਣਕ ਉੱਡ ਗਈ ਭਾਈ। ਤੇ ਅਗਲੀ ਤੁਕ ਦੇ ਵਿੱਚ ਕੀ ਕਿਹਾ ਹੈਗਾ, ਹਰ ਚੰਦਿਉਰੀ ਝਾਤ ਵਸਾਏ ਉਚਾਲੀ ਅਨ। ਚਾਰ ਚਫੇਰੇ ਨਾ ਹਰ ਚੰਦਿਉਰੀ, ਰੌਣਕ ਹੀ ਰੌਣਕਾਂ ਨੇ, ਪਰ ਕੁਝ ਟਾਈਮ ਬਾਅਦ ਇਹ ਰੌਣਕਾਂ ਸਾਰੀਆਂ ਉੱਡ ਜਾਂਦੀਆਂ ਨੇ। ਭਾਈ ਗੁਰਦਾਸ ਜੀ ਨੇ ਨਾ ਇੱਥੇ 5 ਉਦਾਹਰਨਾਂ ਦਿੱਤੀਆਂ ਨੇ। ਪਹਿਲੀ ਦੀਵਾਲੀ ਦੀ ਰਾਤ ਦੀਵੇ ਬਾਲੀ ਆ ਨਾ, ਦੂਜੀ ਤਾਰੇ ਜਾਤ ਸਨਾਤ, ਅੱਗੇ ਕਿਹਾ ਗਾ ਅੰਤਰ ਭਾਲੀ ਆ ਨਾ, ਤੇ ਤੀਜੀ ਉਦਾਹਰਨ ਦਿੱਤੀ ਆ ਫੁੱਲਾਂ ਦੀ ਬਗਾਤ ਚੁਣ ਚੁਣ ਚਾਲੀ ਆ ਨਾ, ਤੇ ਚੌਥੀ ਉਦਾਹਰਨ ਦਿੱਤੀ ਆ ਤੀਰਥ ਜਾਤੀ ਜਾਤ ਨੈਣ ਨਿਹਾਲੀ ਆ ਨਾ, ਤੇ ਪੰਜਵੀਂ ਉਦਾਹਰਨ ਹਰ ਚੰਦਿਉਰੀ ਝਾਤ ਵਸਾਏ ਉਚਾਲੀ ਆ ਨਾ। ਤੇ ਜਿਹੜਾ ਮੇਨ ਮੈਸੇਜ ਸੀ ਉਹ ਕੀ ਦਿੱਤਾ ਗਾ, ਉਹ ਦਿੱਤਾ ਗਾ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀ ਅੰਨ। ਤੇ ਸੁੱਖ ਤਾਂ ਮਿਲੂਗਾ ਜੇ ਸ਼ਬਦ ਨੂੰ ਸੰਭਾਲੇਗਾ। ਗੁਰਮੁਖ ਸੁਖ ਫਲ ਦਾਤ, ਸੁੱਖਾਂ ਦੀ ਦਾਤ, ਸ਼ਬਦ ਨੂੰ ਆਪਣੇ ਹਿਰਦੇ 'ਚ ਇਕੱਠੇ ਕਰਕੇ ਲੈ ਜਾਣਾ, ਇਹ ਸੁੱਖ ਆ। ਇੱਕ ਆਪਾਂ ਉਦਾਹਰਨ ਪੜ੍ਹਦੇ ਹੁੰਦੇ ਨਾ ਆਪਣੀ ਧਾਰਨਾ, ਨਾਲੇ ਸੁੱਖ ਮਿਲਦਾ ਨਾਲੇ ਸੋਭਾ, ਤੇਰੇ ਦਰ
ਆਇਆ ਮਾਲਕਾ। ਪਰ ਜਦੋਂ ਆਪਾਂ ਇੱਥੋਂ ਉੱਠ ਕੇ ਜਾਵਾਂਗੇ ਨਾ ਬਾਹਰ, ਰੁਕ ਕੇ ਪੁੱਛੀਏ ਸਾਰਿਆਂ ਨੂੰ, ਇੱਕ ਦੂਜੇ ਨੂੰ, ਵੀ ਭਾਈ ਤੁਸੀਂ ਸੁੱਖ ਲੈਣ ਆਏ ਸੀ, ਮਿਲ ਗਿਆ ਇੱਥੋਂ? ਨਾ। ਜੇ ਮਿਲ ਗਿਆ ਤਾਂ ਸ਼ਾਬਾਸ਼, ਜੇ ਨਹੀਂ ਮਿਲਿਆ ਫਿਰ ਉਹਦਾ ਕਾਰਨ ਲੱਭੋ, ਕਿਉਂ ਨਹੀਂ ਮਿਲਿਆ। ਡਾਕਟਰ ਦੇ ਕਾਊਂਟਰ ਤੇ ਬੈਠ ਕੇ ਨਾ ਅੱਧਾ ਘੰਟਾ 20 ਮਿੰਟ ਮੁੜਿਆ ਏ, ਪਰ ਦਵਾਈ ਨਹੀਂ ਮਿਲੀ। ਨਾ ਮਿਲਣ ਦਾ ਕਾਰਨ ਜਾਂ ਤਾਂ ਡਾਕਟਰ ਗੈਰ ਹਾਜ਼ਰ ਸੀ, ਜਾਂ ਡਾਕਟਰ ਮੱਥਾ ਮਾਰੀ ਗਿਆ, ਸਾਨੂੰ ਕੁਝ ਸਮਝਾਈ ਗਿਆ, ਅਸੀਂ ਗੌਰ ਨਹੀਂ ਕੀਤੀ, ਉੱਠ ਕੇ ਤੁਰਿਆ ਏ। ਇਹੀ ਕਾਰਨ ਬਣ ਸਕਦੇ ਆ ਨਾ, ਠੀਕ ਹੈ ਨਾ। ਜਾਂ ਸਾਨੂੰ ਦਵਾਈ ਦੀ ਲੋੜ ਨਹੀਂ ਸੀ, ਅਸੀਂ ਤਾਂ ਉਦੋਂ ਹੀ ਗੇੜਾ ਕੱਢਣ ਗਏ ਸੀ, ਗੇੜਾ ਕੱਢ ਕੇ ਮੁੜੇ। ਆਹ ਕੁਛ ਗੱਲਾਂ ਹੋ ਸਕਦੀਆਂ ਨੇ। ਇਹ ਗੁਰੂ ਆ ਡਾਕਟਰ, ਇਹ ਕਹਿੰਦਾ ਦਵਾਈ ਲੈ ਜੀ, ਜਾਂਦਾ ਹੋਇਆ ਦਵਾਈ ਲੈ ਜੀ, ਤੇ ਇਹ ਤੂੰ ਲੈ ਲਈ ਜਾ ਕੇ, ਸੁੱਖ ਮਿਲ ਜੂਗਾ। ਤੇ ਸੁੱਖ ਦੀ ਪਰਿਭਾਸ਼ਾ ਦਵਾਈ, ਦਵਾਈ ਕੀ ਆ? ਸ਼ਬਦ, ਸ਼ਬਦ ਨੂੰ ਹਿਰਦੇ 'ਚ ਧਰਨਾ, ਟਿਕਾਉਣਾ, ਬਸ। ਇਹ ਵਿਚਾਰ ਤੁਸੀਂ ਸਾਰੇ ਜਾਣਦੇ ਹੋ। ਤੇ ਭਾਈ ਗੁਰਦਾਸ ਨੇ ਸਾਰਾ ਜ਼ੋਰ ਇਸੇ ਗੱਲ ਤੇ ਲਾਇਆਗਾ। ਗੁਰਮੁਖ ਸੁਖ ਫਲ ਦਾਤ, ਸ਼ਬਦ ਸੰਭਾਲੀਅਨ। ਫੇਰ ਤੇਰਾ ਭਾਈ ਦੀਵਾ ਲਾਉਣਾ ਸਤਿਕਾਰਯੋਗ ਆ, ਜੇ ਤੂੰ ਆਪਣੇ ਅੰਦਰ ਗਿਆਨ ਦਾ ਦੀਵਾ ਬਾਲ ਲਵੇਂ। ਪੋਥੀ ਪ੍ਰਾਣ ਕਮਾਈਐ, ਇਉਂ ਬੱਟੀ ਇਤ ਤਨ ਪਾਈਐ। ਸੱਚ ਬੂਝਣ ਆਣ ਜੁਲਾਈਐ, ਇਹ ਤੇਲ ਦੀਵਾ ਇਉਂ ਜਲੈ। ਕਿੰਨੀ ਸੋਹਣੀ ਬਖਸ਼ਿਸ਼ ਕੀਤੀ ਹੈ ਨਾ। ਇਹ 'ਚ ਪ੍ਰਸ਼ਨ ਵੀ ਆ ਤੇ ਉੱਤਰ ਵੀ ਆ। ਬਿਨ ਤੇਲ ਦੀਵਾ ਕਿਉਂ ਜਲੇ? ਰਹਾਓ ਪ੍ਰਸ਼ਨ, ਬਿਨ ਤੇਲ ਦੀਵਾ ਕਿਉਂ ਜਲੇ? ਤੇਲ ਤੋਂ ਬਿਨਾ ਦੀਵਾ ਬਲਦਾ ਨਹੀਂ ਹੈ। ਫਿਰ ਅੱਗੇ ਕਿਹਾਗਾ, ਪੋਥੀ ਪ੍ਰਾਣ ਕਮਾਈਐ। ਪੋਥੀ ਦੀ ਵਿਚਾਰ ਚੱਕ, ਪ੍ਰਾਣ ਧਾਰਮਿਕ ਗ੍ਰੰਥ, ਪੋਥੀ ਪ੍ਰਾਣ ਕਮਾਈਐ, ਇਉਂ ਆਹ ਤਰੀਕੇ ਨਾਲ। ਵੱਟੀ ਇਤ ਤਨ ਪਾਈਐ, ਆਹ ਤਨ 'ਚ ਬੱਤੀ ਵੱਟ ਕੇ ਪਾਲਾ ਪੋਥੀ ਦੀ। ਪੋਥੀ ਪ੍ਰਾਣ ਕਮਾਈਐ, ਇਉਂ ਬੱਟੀ ਇਤ ਤਨ ਪਾਈਐ। ਫਿਰ ਅੱਗੇ, ਸੱਚ ਬੁੱਝਣ ਆਣ ਜਲਾਈਐ। ਸੱਚ ਨੂੰ ਬੁੱਝੀ ਚੱਲ, ਆ ਵੀ ਸੱਚ ਆ, ਆ ਵੀ ਸੱਚ ਆ, ਆ ਵੀ ਸੱਚ ਆ, ਬੁੱਝੀ ਚੱਲਣਾ। ਸੱਚ ਬੁੱਝਣ ਆਣ ਜਲਾਈਐ। ਆਣ ਤੋਂ ਭਾਵ ਦੁੱਖਾਂ ਦਾ ਤੇਲ ਪਾਲਾ। ਜਿੰਨੇ ਦੁੱਖ ਨੇ, ਝੰਬੇਲੇ ਨੇ, ਸਾਰੇ ਉਹ ਦੀਵੇ 'ਚ ਸਿੱਟੀ ਚੱਲ, ਉਹਦੇ ਸਿੱਟੀ ਚੱਲ, ਉਹ ਮੱਚੀ ਜਾਣਗੇ। ਸੱਚ ਬੁੱਝਣ ਆਣ ਜਲਾਈਐ, ਇਉਂ ਬੱਤੀ ਇਤ ਤਨ ਪਾਈਐ। ਸੱਚ ਬੁੱਝਣ ਆਣ ਜਲਾਈਐ। ਫਿਰ ਕੀ ਕਹੇਗਾ? ਇਹ ਤੇਲ ਦੀਵਾ ਇਉਂ ਜਲੈ। ਇਹ ਤੇਲ ਦੀਵਾ ਭਾਈ ਸਰੀਰਕ ਦੀਵਾ ਨਾ ਇਉਂ ਜਲਦਾਗਾ, ਕਰ ਚਾਨਣ ਸਾਹਿਬ ਤੋ ਮਿਲੈ। ਫਿਰ ਜਦੋਂ ਤੇਰੇ ਅੰਦਰ ਚਾਨਣ ਹੋ ਗਿਆ ਤੇ ਤੂੰ ਸਾਹਿਬ ਨੂੰ ਮਿਲ ਪਵੇਂਗਾ। ਇਸ ਕਰਕੇ ਆਸ ਕਰਦੇ ਆ ਵੀ ਜਿੰਨੀ ਕੁ ਵਿਚਾਰ ਆਪਾਂ ਕੀਤੀ ਆ ਤੁਹਾਨੂੰ ਸਮਝ ਆਈ ਹੋਵੇਗੀ, ਕੁਛ ਪੱਲੇ ਪਿਆ ਹੋਵੇਗਾ। ਨਹੀਂ ਪੱਲੇ ਪਿਆ, ਨਾ ਪਵੇ ਤਾਂ ਕਿਰਪਾ ਕਰਨੀ ਜ਼ਰੂਰ ਪੁੱਛ ਲੈਣਾ। ਪਰ ਗੁਰੂ ਨਾਨਕ ਦੇ ਘਰੋਂ ਸ਼ਬਦ ਜ਼ਰੂਰ ਲੈ ਕੇ ਜਾਇਆ ਕਰੋ। ਭਾਵੇਂ ਇੱਕ ਤੁਕ ਲੈ ਜਾਓ, ਭਾਵੇਂ ਅੱਧੀ ਲੈ ਜਾਓ, ਤੇ ਭਾਵੇਂ ਇੱਕ ਅੱਖਰ ਲੈ ਜਾਓ, ਤੇ ਤੁਸੀਂ ਇੱਥੋਂ ਜਾ ਕੇ ਜਵਾਬ ਦੇ ਹੋਵੋ ਵੀ ਅਸੀਂ ਕੀ ਲੈ ਕੇ ਆਏ ਹਾਂ। ਕੜਾਹ ਪ੍ਰਸ਼ਾਦ ਨਾ ਮਿਲੂ ਨਾ, ਕੋਈ ਗੱਲ ਨਹੀਂ। ਬਹੁਤੇ ਅਸੀਂ ਵੇਖਦੇ ਹੁੰਦੇ ਆ ਵੀ ਮਤਲਬ ਕੜਾਹ ਪ੍ਰਸ਼ਾਦ ਪਿੱਛੇ ਨਾ ਲੜ ਪੈਂਦੇ ਨੇ। ਕੋਈ ਗੱਲ ਨਹੀਂ ਯਾਰ, ਜੇ ਨਾ ਮਿਲੂ ਤਾਂ ਕੀ ਆ, ਵੱਧ ਮਿਲ ਗਿਆ ਤਾਂ ਵੀ ਕੀ ਆ, ਘੱਟ ਮਿਲ ਗਿਆ ਤਾਂ ਵੀ ਕੀ ਆ, ਰੋਟੀ ਨਹੀਂ ਮਿਲੀ ਤਾਂ ਵੀ ਕੀ ਹੈ ਨਾ। ਚਲੋ ਵਾਹਿਗੁਰੂ ਬਖਸ਼ਿਸ਼ ਕਰੇ, ਆਪਾਂ ਸ਼ਬਦ ਦਾ ਪ੍ਰਸ਼ਾਦ ਜ਼ਰੂਰ ਲੈ ਕੇ ਜਾਈਏ, ਇਹ ਤੋਂ ਨਾ ਹੀ ਨੇੜੇ ਜੀ। ਤੇ ਜੇ ਬਾਹਰ ਵਿਹੜੇ 'ਚ ਖੜ ਜਗੇ ਨਾ ਵੀ ਭਾਈ ਪ੍ਰਸ਼ਾਦ ਲਿਆਂਦਾ, ਸਾਰੇ ਕਹਿਣਗੇ ਹਾਂ, ਤੇ ਨਾਲ ਦੀ ਨਾਲ ਕਹਿਣਾ ਕੀ ਆ, ਇਹ ਦੁਨਿਆਵੀ ਪ੍ਰਸ਼ਾਦ ਨਹੀਂ, ਗੁਰਬਾਣੀ ਦਾ ਪ੍ਰਸ਼ਾਦ ਲਿਆਂਦਾ। ਸ਼ਾਇਦ ਉਦੋਂ ਨਾ ਦੀ ਹਾਂ ਦੀ ਬਜਾਏ ਨਾ ਕਹਿਣੀ ਪਊ ਵੀ ਉਹ ਤਾਂ ਅਸੀਂ ਭੁੱਲਿਆ, ਉਹ ਤਾਂ ਭੁੱਲਿਆ। ਜ਼ਰੂਰ ਲੈ ਕੇ ਜਾਣਾ। ਜੇ ਮੈਂ ਅੱਜ ਭਾਈ ਗੁਰਦਾਸ ਦੀ ਵਾਰ ਆ ਨਾ, ਤੁਹਾਡੇ ਅੰਦਰ ਤਾਂਘ ਬਣ ਜੇ ਵੀ ਕਿੰਨੇ ਨੰਬਰ ਵਾਰ ਆ, ਤੇ ਮੈਂ ਜ਼ਰੂਰ ਜਾ ਕੇ ਪੜੂੰਗਾ, ਇਹ ਤੇ ਦੁਬਾਰੇ ਸਰਚ ਕਰੂੰਗਾ, ਦੁਬਾਰੇ ਪੜ੍ਹ ਕੇ, ਸੁਣ ਕੇ, ਬੁੱਝ ਕੇ ਮੈਂ ਆਪਣੇ ਆਂਢੀਆਂ ਗੁਆਂਢੀਆਂ ਨੂੰ, ਜਿੱਥੇ ਖੇਤ ਦੁਕਾਨ ਤੇ ਇੱਧਰ ਉੱਧਰ ਕੰਮ ਕਰੂ, ਮੈਂ ਉੱਥੇ ਦੱਸੂੰਗਾ ਵੀ ਗੁਰਬਾਣੀ ਆਹ ਗੱਲ ਕਹਿੰਦੀ ਆ। ਸੋ ਇਸ ਕਰਕੇ ਤੁਹਾਡਾ ਸਾਰਿਆਂ ਦੀ ਧੰਨਵਾਦ। ਬੜੇ ਸਤਿਕਾਰਯੋਗ ਹੋ, ਪ੍ਰੇਮੀ ਹੋ। ਮਾਲਕ ਦੀ ਕਿਰਪਾ ਤੁਹਾਡੇ ਤੇ ਇਵੇਂ ਵਾਹਿਗੁਰੂ ਤੁਹਾਨੂੰ ਜੋੜੀ ਰੱਖੇ। ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ